ਪਿੰਡ ਦੇ ਵਿੱਚ ਆਈਟੀ ਕੰਪਨੀ ਪਹਿਲਾਂ ਸੋਚ ਬਹੁਤ ਵੱਖਰੀ ਹੈ, ਪਰ ਉਹਨੂੰ ਸਥਾਪਿਤ ਕਰਕੇ ਉਹਨੂੰ ਬਰਕਰਾਰ ਰੱਖਣਾ, ਅੱਗੇ ਲੈ ਕੇ ਜਾਣਾ ਉਹ ਜ਼ਿਆਦਾ ਚੈਲੰਜਿੰਗ ਆ। ਮੈਂ ਆਈਟੀ ਫੀਲਡ ਦੀ ਨਹੀਂ ਆ, ਪਰ ਜਜ਼ਬਾ ਜਿਹੜਾ ਹੈ ਜਿਹਦੇ ਚ ਹੁੰਦਾ ਹੈ ਉਹ ਰੈਸਟੋਰੈਂਟ ਵੀ ਚਲਾ ਸਕਦਾ, ਉਹ ਸਕੂਲ ਵੀ ਚਲਾ ਸਕਦਾ, ਉਹ ਆਈਟੀ ਕੰਪਨੀ ਵੀ ਚਲਾ ਸਕਦਾ। ਸੋ ਪੰਜਾਬ ਦੇ ਬੱਚਿਆਂ 'ਚ ਜਜ਼ਬਾ ਹੈ। ਪੰਜਾਬ ਦੇ ਪਿੰਡਾਂ ਤੋਂ ਕਮਾ ਕੇ ਸ਼ਹਿਰਾਂ ਦੇ ਵਿੱਚ ਕੋਠੀਆਂ ਬਣਾ ਰਹੇ ਨੇ, ਵੱਡੇ ਵੱਡੇ ਮੁਲਕਾਂ 'ਚ ਮੱਲਾਂ ਮਾਰ ਰਹੇ ਨੇ। ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਮਾਪਿਆਂ ਨੇ ਸਾਨੂੰ ਪਿੰਡ ਤੋਂ ਹੀ ਬਣਾਇਆ ਹੈ। ਅੱਛਾ, ਮਨਦੀਪ ਕੋਲ ਕੁੜੀਆਂ ਕਿੰਨੀਆਂ ਕੰਮ ਕਰਦੀਆਂ ਨੇ? ਕੁੜੀਆਂ ਮੇਰੇ ਕੋਲ ਹੋਣਗੀਆਂ ਅਰਾਊਂਡ 40 ਦੇ ਕਰੀਬ ਹੋਣਗੀਆਂ, 30 to 40। ਨਹੀਂ ਕਿ ਮੈਂ ਹੀ ਕੰਪਨੀ 'ਚ ਕੁਝ ਕਰ ਰਹੀ, ਮੇਰੇ EMPLOYEES ਵੀ ਬੜਾ ਕੁਝ ਕਰਦੇ ਨੇ, ਠੀਕ ਹੈ। ਸੋ ਇਹੋ ਜਿਹੇ ਵੀ ਕਈ ਹੈਗੇ ਨੇ ਕਿ ਜਿੱਦਣ ਮੇਰੇ ਕੋਲ ਮੈਨੂੰ 50,000 ਦੀ ਲੋੜ ਆ ਤੇ ਆਪੇ ਅਕਾਊਂਟ 'ਚ ਵੀ ਪਾ ਦਿੰਦੇ ਨੇ। ਜੇ ਤੁਸੀਂ ਆਪਣੀ ਭਾਸ਼ਾ ਹੀ ਨਹੀਂ ਬੋਲ ਰਹੇ ਤੇ ਜੋਸ਼ ਕਿੱਥੋਂ ਪੈਦਾ ਹੋਏਗਾ? ਅਸੀਂ ਵੇਖੋ ਹੁਣ ਕਹਿੰਦੇ ਕਿ ਮਨਦੀਪ ਤੂੰ ਇੰਨਾ ਰਿਸਕ ਲੈ ਲਿਆ, ਕਰੋੜਾਂ ਦੇ ਲੋਨ ਲੈ ਲਏ ਆਪਣੀ EMPLOYEES ਨੂੰ ਸੈਲਰੀ ਦੇਣ ਲਈ ਕੋਵਿਡ ਦੇ ਵਿੱਚ, ਠੀਕ ਹੈ, ਤੇ ਤੁਸੀਂ ਇੱਕ ਵਾਰੀ ਨਹੀਂ ਸੋਚਿਆ, ਠੀਕ ਹੈ। ਤੇ ਮੈਂ ਉਦੋਂ ਕਹਿੰਦੀ ਕਿ ਵੇਖੀ ਜਾਊਗੀ। ਹੁਣ ਇੰਗਲਿਸ਼ 'ਚ ਮੈਂ ਕਿਵੇਂ ਕਹਾਂ ਵੇਖੀ ਜਾਊਗੀ? ਜਿੰਨੀ ਊਰਜਾ ਸਾਨੂੰ ਆਪਣੀ ਉਸੇ ਆਬੋ ਹਵਾ ਤੋਂ ਮਿਲਦੀ ਆ, ਲੋਕ ਦੂਰੋਂ ਦੂਰੋਂ ਵਾਪਸ ਪਿੰਡ ਆਉਂਦੇ ਉਹ ਵਾਲੀ ਊਰਜਾ ਲੈਣ। ਸੋ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ એનર્ਜੀ ਮੈਨੂੰ ਇਸੇ ਪਿੰਡ ਤੋਂ ਹੀ ਮਿਲਣੀ ਹੈ। ਸੋ ਇੱਥੇ ਬਹਿ ਕੇ ਕੰਮ ਕਰੋ। ਉੱਪਰ ਆਉਣਾ ਤੇ ਥੱਲੇ ਵੀ ਆਉਣਾ ਹੀ ਆ, ਜੇ ਥੱਲੇ ਆਉਣਾ ਤੇ ਫਿਰ ਉੱਪਰ ਵੀ ਇੱਕ ਦਿਨ ਆਉਣਾ ਹੀ ਆ। ਸੋ ਜਿਹਨੂੰ ਜ਼ਿੰਦਗੀ ਦੀ ਇਹ ਚੀਜ਼ ਸਮਝ ਆ, ਉਹ ਫਿਰ ਕੰਟੀਨਿਊਟੀ ਜਿਹੜੀ ਆ ਉਹ ਬਰਕਰਾਰ ਰੱਖਦਾ ਹੈ। ਪੰਜਾਬ ਦੇ ਵਿੱਚ ਆਈਟੀ ਦਾ ਸਕੋਪ ਜ਼ਿਆਦਾ ਨਹੀਂ ਮੰਨਿਆ ਜਾਂਦਾ, ਪਰ ਪਿੰਡ ਦੇ ਵਿੱਚ ਆਈਟੀ ਦਾ ਸਕੋਪ ਮੰਨਿਆ ਜਾਂਦਾ, ਉਹ ਮਨਦੀਪ ਕੌਰ ਟਾਂਗਰਾ ਕਰਕੇ। CGT MSc ਸਕੀਮ ਆ ਜੀ, ਕੋਈ ਕੁਛ ਆ ਜੀ, ਕੋਈ ਕੁਛ ਆ ਜੀ, ਮੈਨੂੰ ਤੇ ਕੁਛ ਨਹੀਂ ਮਿਲਿਆ। ਮੈਨੂੰ ਤੇ ਪਿੰਡ 'ਚ ਆਈਟੀ ਕੰਪਨੀ ਹੋਣ ਕਰਕੇ ਤਾਂ ਨਹੀਂ ਕਿਤੇ ਦਿੱਕਤ ਇਹ? ਹਾਂ ਬਿਲਕੁਲ। TCS, Infosys, ਗੂਗਲ ਜਾਂ ਕੋਈ ਵੀ ਕੰਪਨੀ ਆ, ਉਹਨਾਂ ਨੇ ਕਦੀ ਸੋਚਿਆ ਹੋਵੇ ਕਿ ਅਸੀਂ ਅੰਮ੍ਰਿਤਸਰ 'ਚ ਆਪਣਾ ਆਫਿਸ ਖੋਲੀਏ? ਹੁਣ ਜ਼ਰੂਰ ਖੋਲਣਗੇ। ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਸੀ, ਗੱਲਬਾਤ ਕੀ ਹੋਈ? ਆਪਣੀ ਟੀਮ ਨੂੰ ਵੀ ਉਹਨਾਂ ਨੇ ਦੱਸਿਆ, ਬਟ ਇਹ ਕਿ ਉਸ ਤੋਂ ਬਾਅਦ ਕੋਈ ਗੱਲ ਜਿਹੜੀ ਆ ਉਹ ਨਹੀਂ ਹੋਈ। ਇਹ ਮਲਾਲ ਆ ਦਿਲ 'ਚ ਵੈਸ ਨਾ ਇਹ 120 ਬੱਚੇ ਪਿੰਡ ਵਿੱਚ ਰਹਿ ਕੇ, ਜਿੱਥੇ ਇੰਟਰਨੈਟ ਨਹੀਂ ਸੀ ਆਉਂਦਾ, ਠੀਕ ਹੈ, ਜਿੱਥੇ ਸਾਨੂੰ ਬੱਸਾਂ ਲਾਣੀਆਂ ਪਈਆਂ ਬੰਦੇ ਇੱਥੇ ਲਿਆਉਣ ਵਾਸਤੇ, ਇਸ ਨੂੰ ਹੋਰ ਇੱਥੇ ਜੇ ਮਨਦੀਪ ਅੱਛਾ ਕੰਮ ਕਰ ਰਹੀ ਹੈ, 120 ਫੈਮਲੀਜ਼ ਅਸੀਂ ਚਲਾ ਰਹੇ ਹਾਂ, ਤੇ ਫੇਰ ਹੀ ਤੁਸੀਂ ਸਾਡਾ ਹੱਥ ਫੜਿਓ, ਅਦਰਵਾਈਜ਼ ਠੀਕ ਆ। ਕਿਸੇ ਬਾਬੇ ਨੇ ਵੀ ਡੇਰਾ ਖੋਲ ਲਿਆ ਹੋਵੇ ਨਾ, ਤੇ ਜਦੋਂ ਪੀੜ੍ਹੀਆਂ ਤੇ ਪਹੁੰਚ ਜੇ ਨਾ, ਫਿਰ ਉਹਨੂੰ ਰੋਕਣਾ ਮੁਸ਼ਕਿਲ ਹੈ, ਠੀਕ ਹੈ ਨਾ। ਉਹ ਹੁਣ ਪਹਿਲਾ ਪਰਿਵਾਰ ਜਾ ਚੁੱਕੇ ਨੇ, ਅੱਗੋਂ ਉਹਨਾਂ ਦੇ ਬੱਚੇ ਉੱਥੇ ਨੇ, ਠੀਕ ਹੈ। ਉਹ ਇੱਕ ਜਦੋਂ ਉਹ ਵਾਪਸ ਆਉਂਦੇ ਨੇ ਪਿੰਡ 'ਚੋਂ, ਲੱਗਦਾ ਸਾਰਿਆਂ ਨੂੰ ਕਿ ਪਤਾ ਨਹੀਂ ਕਿੰਨੇ ਕੁ ਵਧੀਆ ਨੇ। ਉਹਨਾਂ ਨੇ ਜਿਹੜੀ 40 ਸਾਲ ਮਿਹਨਤ ਕੀਤੀ ਉਹ ਤੇ ਕੋਈ ਦੇਖ ਹੀ ਨਹੀਂ ਰਿਹਾ। ਹੁਣ ਜੇ ਪੇਰੈਂਟਸ ਹੀ ਕਹਿਣ ਲੱਗ ਪੈਣਗੇ ਕਿ ਤੁਸੀਂ ਬਾਹਰ ਜਾਓ, ਹੁਣ ਇੱਥੇ ਕੋਈ ਮੌਤ ਹੋ ਜਾਂਦੀ ਨਸ਼ੇ ਨਾਲ ਤੇ ਪੇਰੈਂਟਸ ਡਰ ਜਾਂਦੇ, ਉਹਨਾਂ ਨੂੰ ਲੱਗਦਾ ਕਿ ਫਟਾਫਟ ਜਿਹੜਾ ਬੱਚੇ ਨੂੰ ਨਾ ਬਾਹਰ ਭੇਜ ਦਈਏ, ਇੱਥੇ ਬਹੁਤ ਨਸ਼ਾ ਹੈ, ਉੱਥੇ ਘੱਟ ਹੈ ਨਸ਼ਾ। ਮੈਂ ਵੀ ਤੇ 15-16 ਵਾਰ ਅਮਰੀਕਾ ਹੋ ਕੇ ਆਈ ਹਾਂ, ਦੁਬਈ ਗਈ ਹਾਂ, ਕਈ ਕੰਟਰੀਜ਼ ਦੇਖੇ ਮੈਂ ਹਮੇਸ਼ਾ ਕਹਿੰਦੀ ਕਿ ਮੇਰੀ ਟੀਮ ਐਸੀ ਟੀਮ ਆ ਕਿ ਮੈਂ ਨਹੀਂ ਹੋਵਾਂਗੀ ਤੇ ਕੰਪਨੀ ਨਹੀਂ ਬੰਦ ਹੋ ਸਕਦੀ। ਇੰਨਾ ਜ਼ਿਆਦਾ ਅਸੀਂ ਜੜ੍ਹਾਂ ਤੋਂ ਸਟਰੋਂਗ ਹੋ ਚੁੱਕੇ ਹਾਂ ਕਿ ਜਿਹੜੀ ਟੀਮ ਆ ਉਹ ਸਮਝੋ ਕਿ ਕਈ ਤੇ ਪਰਿਵਾਰ ਦੇ ਪਰਿਵਾਰ ਹੀ ਜੁੜ ਗਏ ਸਾਡੇ ਨਾਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਅੱਜ ਜਿਸ ਨੌਜਵਾਨ ਹਸਤੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗਾ, ਉਹ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਹੈ। ਇੱਕ ਪਿੰਡ ਤੋਂ ਸਫ਼ਰ ਸ਼ੁਰੂ ਕੀਤਾ ਹੈ ਤੇ ਪਿੰਡ ਤੋਂ ਬਾਅਦ ਸਿਰਫ ਪੰਜਾਬ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਨਾਮ ਹੈ, ਤੇ ਉਹ ਨਾਮ ਹੈ ਮਨਦੀਪ ਕੌਰ ਟਾਂਗਰਾ। ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮਨਦੀਪ ਕੌਰ ਸਿੱਧੂ ਤੋਂ ਮਨਦੀਪ ਕੌਰ ਟਾਂਗਰਾ, ਸਫ਼ਰ ਬੜਾ ਅਨੋਖਾ ਵੀ ਹੈ, ਤੇ ਖਾਸ ਤੌਰ ਤੇ ਅਸੀਂ ਜਦੋਂ ਟਾਂਗਰਾ ਪਿੰਡ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਯਾਦ ਆਉਂਦਾ ਕਿ ਪਿੰਡ ਦੇ ਵਿੱਚ ਆਈਟੀ ਕੰਪਨੀ ਆ। ਇਹ ਮਨਦੀਪ ਨੂੰ ਕਿਵੇਂ, ਮਤਲਬ ਤੁਹਾਨੂੰ ਕਿਵੇਂ ਇਸ ਚੀਜ਼ ਦਾ ਸੋਚ ਆਈ ਕਿ ਪਿੰਡ 'ਚ ਆਈਟੀ ਕੰਪਨੀ ਖੁੱਲ੍ਹ ਗਿਆ, ਨਾ ਕਿ ਕਿਤੇ ਇੰਡਸਟਰੀਅਲ ਏਰੀਆ ਵੱਲ ਭੱਜੀਏ? ਮੈਨੂੰ ਇੱਦਾਂ ਲੱਗਦਾ ਹੈ ਕਿ ਸਾਨੂੰ ਜਿਹੜੀ ਧਰਤੀ ਨੇ ਬਣਾਇਆ ਹੁੰਦਾ ਉਹਨੂੰ ਸਾਨੂੰ ਵਾਪਸ ਦੇਣਾ ਜਿਹੜਾ ਬਹੁਤ ਜ਼ਰੂਰੀ ਆ। ਸੋ ਜਦੋਂ ਮੈਂ ਆਪਣੀਆਂ ਉਪਲਬਧੀਆਂ ਦੇਖਦੀ ਹਾਂ, ਖਾਸ ਕਰਕੇ ਜਦੋਂ ਮੈਂ ਯੂਨੀਵਰਸਿਟੀ 'ਚ ਟੌਪ ਕੀਤਾ,
ਇੱਕ ਛੋਟੇ ਜਿਹੇ ਪਿੰਡ ਤੋਂ ਜਾ ਕੇ ਪਾਪਾ ਨੇ ਇੰਨੀ ਮਿਹਨਤ ਕੀਤੀ, ਇੱਕ ਇੱਕ ਰੁਪਇਆ ਜੋੜ ਕੇ ਸਾਨੂੰ ਜਿਹੜਾ ਪੜਾਇਆ। ਸੋ ਮੈਨੂੰ ਜਦੋਂ ਮੈਂ ਟੌਪ ਕੀਤਾ ਤੇ ਮੈਂ ਬਹੁਤ ਹੀ ਖੁਸ਼ ਹੋਈ ਕਿ 5 ਸਾਲ ਦੀ ਪੜ੍ਹਾਈ ਦੇ ਵਿੱਚ ਇੰਨੀ ਮਿਹਨਤ ਕਰਨ ਤੋਂ ਬਾਅਦ, ਕਿਉਂਕਿ ਤੁਹਾਨੂੰ ਮੇਰੀ ਇੰਟੀਗ੍ਰੇਟਿਡ ਕੋਰਸ ਸੀ 5 ਇਅਰ ਦਾ, ਤੇ ਅਖੀਰਲੇ ਸਮੈਸਟਰ ਹੀ ਪਤਾ ਲੱਗਦਾ ਨਾ ਕਿ ਤੁਸੀਂ ਟੌਪਰ ਜੇ, ਕਿਉਂਕਿ ਅਖੀਰਲੇ ਸਮੈਸਟਰ 'ਚ ਵੀ ਕੁਝ ਵੀ ਬਦਲ ਸਕਦਾ ਹੈ। ਸੋ 5 ਸਾਲ ਦੀ ਇੰਨੀ ਮਿਹਨਤ, ਬੱਸ ਤੇ ਜਾਣਾ, ਉਸ ਚੀਜ਼ ਨੂੰ ਜਦੋਂ ਮੈਂ ਦੇਖਿਆ ਕਿ ਇੱਕ ਛੋਟੇ ਜਿਹੇ ਪਿੰਡ ਤੋਂ, ਆਮ ਘਰ ਤੋਂ ਵੀ ਅੱਛੀ ਸੋਚ ਲੈ ਕੇ ਜੇ ਪੇਰੈਂਟਸ ਚੱਲਣ ਤੇ ਪਾਈ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਣ, ਤੇ ਉਹ ਇੰਨੀ ਵੱਡੀ ਯੂਨੀਵਰਸਿਟੀ 'ਚੋਂ ਜਿਹੜਾ ਟੌਪ ਵੀ ਕਰ ਸਕਦਾ ਬੱਚਾ। ਸੋ ਉਸ ਸੋਚ ਨੇ ਮੈਨੂੰ ਕੰਪੈਲ ਕੀਤਾ ਕਿ ਮੈਂ ਜਿਹੜਾ ਵਾ ਉਹ ਆਪਣੇ ਪਿੰਡ ਤੋਂ ਹੀ ਕੰਮ ਕਰਾਂ। ਤੇ ਇੱਕ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਨੀ ਕਿ ਜਿੰਨੀ એનર્ਜੀ, ਜਿੰਨੀ ਊਰਜਾ ਸਾਨੂੰ ਆਪਣੀ ਉਸੇ ਆਬੋ ਹਵਾ ਤੋਂ ਮਿਲਦੀ ਆ, ਲੋਕ ਦੂਰੋਂ ਵਾਪਸ ਪਿੰਡ ਆਉਂਦੇ ਉਹ ਵਾਲੀ ਊਰਜਾ ਲੈਣ। ਸੋ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ એનર્ਜੀ ਮੈਨੂੰ ਇਸੇ ਪਿੰਡ ਤੋਂ ਹੀ ਮਿਲਣੀ ਹੈ। ਸੋ ਇੱਥੇ ਬਹਿ ਕੇ ਕੰਮ ਕਰੋ। ਬਿਲਕੁਲ। ਸੋ ਇੱਥੇ ਹੀ ਆਪਣਾ ਡੇਰਾ ਵਸਾਇਆ, 2 ਤੋਂ 120 ਮੈਂਬਰ ਦੀ ਟੀਮ ਹੋਊਗੀ। ਪਰ ਮਨਦੀਪ, ਥੋੜਾ ਜਿਹਾ ਸਫ਼ਰ ਜਾਣਨਾ ਚਾਹਾਂਗਾ, ਕਿਉਂਕਿ ਕੁੜੀਆਂ ਦੇ ਲਈ ਅਸੀਂ ਅਕਸਰ ਪਿੰਡਾਂ ਦੇ ਵਿੱਚ ਸੀਮਾ ਤੈਅ ਕਰ ਦਿੰਦੇ ਹਾਂ, ਲਿਮਟ ਤੈਅ ਕਰ ਦਿੰਦੇ ਹਾਂ। ਤੇ ਜੇਕਰ ਮੈਂ ਮਨਦੀਪ ਦੇ ਸਫ਼ਰ ਦੀ ਗੱਲ ਕਰਾਂ, ਪੜ੍ਹਾਈ ਤੋਂ ਲੈ ਕੇ ਜਾਂ ਸੂਟਾਂ ਤੋਂ ਲੈ ਕੇ ਬਲੇਜ਼ਰ ਤੱਕ ਪਹੁੰਚਣਾ, ਉਹ ਬਹੁਤ ਔਖਾ ਰਿਹਾ ਆ। ਉਹ ਸਟਰਗਲ ਕੀ ਸੀ ਕਿ ਪਿੰਡ ਦੇ ਵਿੱਚ IT ਕੰਪਨੀ, ਪਹਿਲਾਂ ਸੋਚ ਬਹੁਤ ਵੱਖਰੀ ਹੈ, ਪਰ ਉਹਨੂੰ ਸਥਾਪਿਤ ਕਰਕੇ ਉਹਨੂੰ ਬਰਕਰਾਰ ਰੱਖਣਾ, ਅੱਗੇ ਲੈ ਕੇ ਜਾਣਾ, ਉਹ ਜ਼ਿਆਦਾ ਚੈਲੰਜਿੰਗ ਆ। ਸੋ ਚੈਲੰਜਸ ਬਹੁਤ ਜ਼ਿਆਦਾ ਰਹੇ ਨੇ, ਕਿਉਂਕਿ ਜਦੋਂ ਅਸੀਂ ਪਿੰਡ ਵਿੱਚ ਹੁੰਨੇ ਆ ਤੇ ਕੋਈ ਵੀ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦਾ। ਬਟ ਕਹਿੰਦੇ ਨਾ ਕਿ ਸਾਰਾ ਕੁਝ ਬੁਰਾ ਨਹੀਂ ਹੁੰਦਾ, ਚੰਗੀਆਂ ਚੀਜ਼ਾਂ ਵੀ ਹੁੰਦੀਆਂ। ਸੋ ਚੰਗੀ ਚੀਜ਼ ਇਹ ਰਹੀ ਆ ਮੇਰੀ ਜ਼ਿੰਦਗੀ 'ਚ, ਜੋ ਹੋ ਸਕਦਾ ਕਿ ਕਾਫੀ ਕੁੜੀਆਂ ਨੂੰ ਵਿੱਚ ਮੁਸ਼ਕਲ ਆਉਂਦੀ ਹੋਵੇ, ਪਰ ਮੇਰੇ ਜਿਹੜੇ ਪੇਰੈਂਟਸ ਆ ਉਹ ਵਿਸ਼ਵਾਸ ਬਹੁਤ ਕਰਦੇ ਸੀ, ਕਿਉਂਕਿ ਉਹਨਾਂ ਨੇ ਵੇਖਿਆ ਕਿ ਇਹ 12th ਵਿੱਚ ਇੰਨਾ ਇੰਟੈਲੀਜੈਂਟ ਬੱਚਾ ਨਹੀਂ ਸੀ, ਪਰ ਇਹਨੂੰ ਆਪਾਂ ਸਹੀ ਡਾਇਰੈਕਸ਼ਨ ਦਿੱਤੀ, ਮੋਟੀਵੇਟ ਕੀਤਾ, ਤੇ ਇਹਨੇ ਕੁਝ ਜ਼ਿੰਦਗੀ 'ਚ ਕਰਕੇ ਦਿਖਾਇਆ ਤੇ ਟੌਪ ਕਰਕੇ ਦਿਖਾਤਾ। ਸੋ ਉਹਨਾਂ ਨੂੰ ਪਤਾ ਕਿ ਜ਼ੀਰੋ ਤੋਂ ਹੀਰੋ ਬਣਨ ਵਾਲਾ ਬੱਚਾ। ਸੋ ਜਦੋਂ ਅਸੀਂ ਬਿਜ਼ਨਸ ਦੀ ਸ਼ੁਰੂਆਤ 'ਚ ਹੁੰਦੇ ਆ ਜਾਂ ਕੋਈ ਸੋਚ ਲੈ ਕੇ ਪੈਦਾ ਹੁੰਦੇ, ਤੇ ਉਦੋਂ ਅਸੀਂ ਜ਼ੀਰੋ ਤੇ ਹੀ ਹੁੰਦੇ ਆ। ਸੋ ਪੇਰੈਂਟਸ ਨੇ ਇੱਕ ਵਾਰ ਫੇਰ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਇਹ ਬੱਚਾ ਜਿਹੜਾ ਫੇਰ ਜ਼ੀਰੋ ਤੋਂ ਹੀਰੋ ਜਿਹੜਾ ਉਹ ਬਣ ਸਕਦਾ ਹੈ। ਸੋ ਉਹੀ ਹੈ ਕਿ ਲਾਈਫ 'ਚ ਵੀ, ਬਿਜ਼ਨਸ 'ਚ ਵੀ ਬੜੀਆਂ ਦਿੱਕਤਾਂ ਆਉਂਦੀਆਂ, ਤੁਸੀਂ ਬਾਰ-ਬਾਰ ਜ਼ਿੰਦਗੀ 'ਚ ਜ਼ੀਰੋ ਜਿਹੜਾ ਹੁੰਦੇ ਹੋ, ਪਰ ਜਿਹੜਾ ਬੱਚਾ ਇਹ ਸਿੱਖ ਜਾਂਦਾ ਹੈ ਕਿ ਜਦੋਂ ਮੈਂ ਜ਼ੀਰੋ ਹੋਣਾ ਤੇ ਫਿਰ ਮੈਂ ਹੀਰੋ ਬਣਨਾ, ਜਾਂ ਉੱਪਰ ਆਉਣਾ ਤੇ ਥੱਲੇ ਵੀ ਆਉਣਾ ਹੀ ਆ, ਜੇ ਥੱਲੇ ਆਉਣਾ ਤੇ ਫਿਰ ਉੱਪਰ ਵੀ ਇੱਕ ਦਿਨ ਆਉਣਾ ਹੀ ਆ। ਸੋ ਜਿਹਨੂੰ ਜ਼ਿੰਦਗੀ ਦੀ ਇਹ ਚੀਜ਼ ਸਮਝ ਆ, ਉਹ ਫਿਰ ਕੰਟੀਨਿਊਟੀ ਜਿਹੜੀ ਆ ਉਹ ਬਰਕਰਾਰ ਰੱਖਦਾ। ਫਿਰ ਆਉਣ ਵਾਲੇ ਸਾਰੇ ਚੈਲੰਜ ਜਿਹੜੇ ਆ ਉਹ ਉਹਨੂੰ ਉਤਰਾ ਲੱਗਦੇ ਨੇ, ਤੇ ਓਪਰਚੁਨਿਟੀਆਂ ਜਿਹੜੀਆਂ ਉਹਨਾਂ ਨੂੰ ਚੜਾ ਲੱਗਦੀਆਂ। ਗ੍ਰਾਫ ਜਿਹੜਾ ਕਿ ਉੱਪਰ ਥੱਲੇ ਹੁੰਦਾ ਹੀ ਰਹਿੰਦਾ ਹੈ ਇਹ ਚੀਜ਼ਾਂ ਦੇ ਵਿੱਚ। ਬਿਲਕੁਲ। ਸੋ ਮਨਦੀਪ, ਪਰ ਜਦੋਂ ਅਸੀਂ IT ਕੰਪਨੀ ਦੀ ਗੱਲ ਕਰਦੇ ਹਾਂ, ਸਾਡੇ ਅਸੀਂ ਇੰਡੀਆ 'ਚ ਗੱਲ ਕਰ ਲਈਏ, ਭਾਰਤ 'ਚ ਗੱਲ ਕਰ ਲਈਏ, ਪੰਜਾਬ ਦੇ ਬਾਹਰ ਜਾਂਦੇ ਨੇ ਨੌਜਵਾਨ, ਦਿੱਲੀ ਜਾਵੜੇ, ਗੁੜਗਾਉਂ ਜਾਵੜੇ, ਉਸ ਤੋਂ ਅੱਗੇ ਬੰਬੇ, ਪੂਨੇ ਸਾਈਡ ਚਲੇ ਜਾਂਦੇ ਨੇ, ਸਾਊਥ ਵਾਲੇ ਪਾਸੇ ਬਹੁਤ ਮਤਲਬ ਇੱਦਾਂ ਦਾ ਕੰਮ ਆ। ਪੰਜਾਬ ਦੇ ਵਿੱਚ IT ਦਾ ਸਕੋਪ ਜ਼ਿਆਦਾ ਨਹੀਂ ਮੰਨਿਆ ਜਾਂਦਾ, ਪਰ ਪਿੰਡ ਦੇ ਵਿੱਚ IT ਦਾ ਸਕੋਪ ਮੰਨਿਆ ਜਾਂਦਾ, ਉਹ ਮਨਦੀਪ ਕੌਰ ਟਾਂਗਰਾ ਕਰਕੇ। ਇਹ ਜ਼ਿਆਦਾ ਮੈਨੂੰ ਲੱਗਦਾ ਵਿਲੱਖਣ ਚੀਜ਼ ਹੈ, ਕਿਉਂਕਿ ਪੰਜਾਬ ਦੀ ਜਿਹੜੀ ਇੱਕ ਪਹਿਚਾਣ ਆ ਉਹ ਐਗਰੀਕਲਚਰ ਸਟੇਟ ਵਾਲੀ ਪਹਿਚਾਣ ਆ, ਠੀਕ ਹੈ। ਸੋ ਜਦੋਂ ਵੀ ਕੋਈ ਸਾਡੀ ਕਮਿਊਨਿਟੀ ਨੂੰ ਦੇਖਦਾ, ਉਹਨਾਂ ਨੂੰ ਲੱਗਦਾ ਕਿ ਇਹ ਉਹ ਲੋਕ ਨੇ ਕਿ ਜਿਨ੍ਹਾਂ ਨੇ, ਜਿਹੜੇ ਐਗਰੀਕਲਚਰ ਵਾਲੇ ਨੇ, ਇਹਨਾਂ ਦੇ ਜ਼ਿਆਦਾ ਕਿਸਾਨ ਹੀ ਨੇ ਪਿੱਛੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕਿਸਾਨਾਂ ਦੇ ਬੱਚੇ ਹੁਣ ਪੜ੍ਹ ਲਿਖ ਗਏ ਨੇ, ਉਹ ਵੀ ਬੜੀਆਂ ਆਪਣੀ ਹਰ ਫੀਲਡ 'ਚ ਮੱਲਾਂ ਜਿਹੜੀਆਂ ਉਹਨਾਂ ਨੇ ਮਾਰ ਲੀਆਂ ਨੇ, ਕਿ ਸਾਰੇ ਉਹ ਦੂਸਰੇ ਖੇਤਰ 'ਚ ਵੀ ਵਧੀਆ ਕੰਮ ਕਰ ਸਕਦੇ ਨੇ। ਸੋ ਪੰਜਾਬ ਨੂੰ ਜਿਹੜੀ ਵੱਡੀ ਤੋਂ ਵੱਡੀ ਕੰਪਨੀ ਨੇ ਵੀ ਕਦੀ ਵੀ ਤਰਜੀਹ ਨਹੀਂ ਦਿੱਤੀ ਕਿ ਉਹ ਇੱਥੇ ਆ ਕੇ ਬਿਜ਼ਨਸ ਖੋਲਣ। ਤੁਸੀਂ ਦੱਸ ਦਿਓ ਕਿ ਜੇ TCS, ਇਨਫੋਸਿਸ, ਗੂਗਲ ਜਾਂ ਕੋਈ ਵੀ ਕੰਪਨੀ ਆ, ਉਹਨਾਂ ਨੇ ਕਦੀ ਸੋਚਿਆ ਹੋਵੇ ਕਿ ਅਸੀਂ ਅੰਮ੍ਰਿਤਸਰ 'ਚ ਆਪਣਾ ਆਫਿਸ ਖੋਲੀਏ? ਹੁਣ ਜ਼ਰੂਰ ਖੋਲਣਗੇ, ਹੁਣ ਜਦੋਂ ਪੰਜਾਬ ਗੱਲਾਂ ਬਾਤਾਂ ਹੁੰਦੀਆਂ ਨੇ, ਹੁਣ ਮਨਦੀਪ ਕੌਰ ਟਾਂਗਰਾ ਦਾ ਜ਼ਿਕਰ ਹੁੰਦਾ ਆ। ਸੋ ਹੁਣ ਜ਼ਰੂਰ ਖੋਲਣਗੇ, ਮਤਲਬ ਕਿ ਇਸ ਤੋਂ ਪਹਿਲਾਂ ਕਿ ਉਹ ਖੋਲ ਦੇਣ, ਕਿਉਂਕਿ ਉਹਨਾਂ ਕੋਲ ਤੇ ਬਹੁਤ ਪੈਸਾ ਹੈ, ਉਹਨਾਂ ਲਈ ਖੋਲਣਾ ਕੋਈ ਔਖਾ ਗੱਲ ਥੋੜੀ ਆ। ਕੋਈ ਵੀ ਇੱਥੇ ਜਗ੍ਹਾ ਤੇ ਜਿਹੜਾ ਵਾ ਜੰਡਿਆਲੇ 'ਚ ਖੋਲ ਸਕਦਾ ਹੈ, ਜਲੰਧਰ 'ਚ ਖੋਲ ਸਕਦਾ ਹੈ, ਠੀਕ ਹੈ, ਅੱਛੀ ਕੰਪਨੀ ਦਾ ਵੀ ਆਫਿਸ ਖੋਲ ਸਕਦਾ ਹੈ। ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਜਲਦ ਹੀ ਸਰਕਾਰ ਨੂੰ ਜਿਹੜਾ ਵਾ ਇਸ ਸੈਕਟਰ ਨੂੰ ਪੰਜਾਬ 'ਚ ਪ੍ਰਮੋਟ ਕਰਨਾ ਚਾਹੀਦਾ ਹੈ, ਕਿਉਂਕਿ ਜੇ ਮੈਂ ਇੱਕ ਨਾਨ IT ਬੈਕਗ੍ਰਾਉਂਡ ਤੋਂ ਇਹ ਕੰਪਨੀ ਚਲਾ ਸਕਦੀ ਹਾਂ, ਇੱਕ ਹੁੰਦਾ ਨਾ ਕਿ ਉਸ ਫੀਲਡ ਦੇ ਤੁਸੀਂ ਮਾਹਿਰ ਹੋ, ਪਰ ਮੈਂ ਵੀ ਦੱਸਣਾ ਚਾਹਨੀ ਤੁਹਾਡੇ ਚੈਨਲ ਥਰੂ ਕਿ ਮੈਂ IT ਫੀਲਡ ਦੀ ਨਹੀਂ ਆ, ਪਰ ਜਜ਼ਬਾ ਜਿਹੜਾ ਹੈ ਜਿਹਦੇ 'ਚ ਹੁੰਦਾ ਹੈ, ਉਹ ਰੈਸਟੋਰੈਂਟ ਵੀ ਚਲਾ ਸਕਦਾ, ਉਹ ਸਕੂਲ ਵੀ ਚਲਾ ਸਕਦਾ, ਉਹ IT ਕੰਪਨੀ ਵੀ ਚਲਾ ਸਕਦਾ। ਸੋ ਪੰਜਾਬ ਦੇ ਬੱਚਿਆਂ 'ਚ ਜਜ਼ਬਾ ਹੈ,
ਸੋ ਕੋਈ ਵੀ ਜਿਹੜਾ ਵਾ ਕੋਈ ਵੀ ਖੇਤਰ ਚੁਣ ਕੇ ਉਹ 'ਚ ਅੱਛਾ ਜਿਹੜਾ ਕਰ ਸਕਦਾ। ਇਸ ਤੋਂ ਪਹਿਲਾਂ ਕਿ ਬਾਹਰਲੇ ਲੋਕ ਆ ਕੇ ਫੇਰ ਪੰਜਾਬ ਵਿੱਚ ਆਪਣੀਆਂ ਆਈਟੀ ਕੰਪਨੀ ਸਥਾਪਿਤ ਕਰ ਲੈਣ, ਉਸ ਤੋਂ ਪਹਿਲਾਂ ਕਿ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਇਸ ਸੈਕਟਰ ਵਿੱਚ ਇੰਨਾ ਜ਼ਿਆਦਾ ਸਕੋਪ ਆ, ਤੇ ਕਿਉਂ ਨਾ ਇਹਨਾਂ ਨੂੰ ਪੰਚਾਇਤੀ ਏਰੀਆ ਦੇ ਵਿੱਚ ਜਿਹੜੇ ਪਿੰਡ ਆ ਰਹੇ ਨੇ ਉਹਦੇ ਵਿੱਚ ਇਹਨਾਂ ਨੂੰ ਪ੍ਰਮੋਟ ਕੀਤਾ ਜਾਏ। ਕਿਉਂਕਿ ਅੱਜ ਜਦੋਂ ਅਸੀਂ ਬੈਂਕ ਜਾਂਦੇ ਆ ਤੇ ਉਹ ਸਾਨੂੰ ਕਹਿੰਦਾ ਤੁਸੀਂ ਰੂਰਲ ਜਾਂਦੇ ਹੋ, ਠੀਕ ਹੈ। ਅਸੀਂ ਆਪਣੇ ਪਿੰਡ 'ਚ ਸਫਾਈ ਕਰਾਣੀ ਹੋਵੇ ਉਹ ਕਹਿੰਦਾ ਕਿ ਤੁਸੀਂ ਰੂਰਲ ਜਾਂਦੇ ਹੋ। ਜਿਹੜਾ ਕੰਮ ਅਸੀਂ ਕਹਿ ਦਈਏ ਉੱਠ ਕੇ ਤੁਸੀਂ ਰੂਰਲ 'ਚ ਆਉਂਦੇ ਹੋ ਕਹਿ ਕੇ ਸਾਨੂੰ ਪਾਸੇ ਕਰ ਦਿੰਦੇ, ਸਾਡਾ ਇੰਟਰਨੈਟ ਨਹੀਂ ਵਧੀਆ ਚੱਲਦਾ ਤੁਸੀਂ ਰੂਰਲ 'ਚ ਹੋ। ਸੋ ਕਿਉਂ ਨਾ ਸਰਕਾਰ, ਕਿਉਂਕਿ ਪੰਜਾਬ ਨੂੰ ਪਤਾ ਹੈ ਕਿ ਸਾਡੇ 60-70% ਪਿੰਡ ਹੀ ਨੇ, ਤੇ ਕਿਉਂ ਨਾ ਸਰਕਾਰ ਐਸਾ ਵਿਲੱਖਣ ਕੰਮ ਕਰੇ ਕਿ ਜਿਹਦੇ ਵਿੱਚ ਪਾਲਿਸੀ ਸਿਰਫ ਰੂਰਲ ਲਈ ਹੋਏ ਕਿ ਜੇ ਤੁਸੀਂ ਪਿੰਡ ਦੇ ਹੋ, ਪਿੰਡੂ ਇਲਾਕੇ 'ਚ ਫਿਰ ਤੁਹਾਨੂੰ ਲੋਨ ਮਿਲਣਾ, ਫਿਰ ਤੁਹਾਨੂੰ ਨੈਟ ਮਿਲਣਾ। ਇਹ ਬੜਾ ਵਧੀਆ ਤੁਸੀਂ ਮਤਲਬ ਇੱਕ ਮੁੱਦਾ ਕਹਿ ਦਈਏ, ਕਿਉਂਕਿ ਪੰਜਾਬ 'ਚ ਆਬਾਦੀ ਜਿਹੜੀ ਪਿੰਡਾਂ 'ਚ ਜ਼ਿਆਦਾ ਰਹਿੰਦੀ ਹੈ। ਬੇਸ਼ੱਕ ਹੁਣ ਥੋੜਾ ਜਿਹਾ ਡਰੇਨ ਹੋਣਾ ਸ਼ੁਰੂ ਹੋ ਗਿਆ, ਅਸੀਂ ਸ਼ਹਿਰੀਕਰਨ ਵੱਲ ਵੱਧਦੇ ਜਾ ਰਹੇ ਹਾਂ, ਪੰਜਾਬ ਸ਼ਹਿਰੀਕਰਨ ਹੁੰਦਾ ਜਿਹੜਾ ਪਿੰਡਾਂ ਦਾ ਹੁੰਦਾ ਨਜ਼ਰ ਆ ਰਿਹਾ। ਪਰ ਤੁਸੀਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ, ਪੰਚਾਇਤੀ ਇਲਾਕਿਆਂ ਨੂੰ ਵਰਤਿਆ ਜਾਣਾ ਚਾਹੀਦਾ ਹੈ, ਤੇ ਮੇਰੇ ਖਿਆਲ 'ਚ ਜੇਕਰ ਉਹ ਸਾਰਾ ਕੁਝ ਹੋ ਜਾਂਦਾ ਹੈ ਤਾਂ ਜਿਹੜਾ ਸਭ ਤੋਂ ਵੱਡਾ ਹੁਣ ਇਸ ਵਕਤ ਪੰਜਾਬ ਤੇ ਸੰਤੁਲਿਤ ਖੁਰਾਕ ਦਾ ਸੰਕਟ ਹੈ ਨਾ, ਉਹ ਵੀ ਦੂਰ ਹੋਊਗਾ। ਬਿਲਕੁਲ ਬਿਲਕੁਲ, ਹਾਂਜੀ। ਮਨਦੀਪ, ਤੁਸੀਂ ਖੇਤੀ ਪ੍ਰਧਾਨ ਸੂਬੇ ਦੀ ਗੱਲ ਕੀਤੀ, ਤੁਸੀਂ ਕਿਹਾ ਹੈ ਵੀ ਕਿਸਾਨਾਂ ਦੇ ਮੁੰਡੇ ਆ, ਕੁੜੀਆਂ ਅੱਜ ਕੱਲ੍ਹ ਪੜ੍ਹ ਲਿਖ ਕੇ ਆਈਟੀ ਕੰਪਨੀਜ਼ ਦੇ ਵੀ ਹੋ ਗਏ, ਬਹੁਤ ਕੁਝ ਹੋ ਗਿਆ ਕਰਨ ਵਾਲਾ। ਪਰ ਮੈਨੂੰ ਨਹੀਂ ਲੱਗਦਾ ਸੀ ਵੀ ਧਾਰਨਾ ਹਜੇ ਤੱਕ ਸਰਕਾਰਾਂ ਨੇ ਬਦਲੀ ਆ। ਕਿਸਾਨੀ ਅੰਦੋਲਨ 'ਚ ਜਿਹੜੀ ਧਾਰਨਾ ਸੀ ਵੀ ਕਿਸਾਨ ਤਾਂ ਗਰੀਬ ਹੁੰਦਾ, ਕਿਸਾਨ ਦੇ ਕੋਲ ਤਾਂ ਮਹਿੰਗੀ ਗੱਡੀ ਨਹੀਂ ਹੁੰਦੀ, ਜਦੋਂ ਪੰਜਾਬ ਵਾਲਿਆਂ ਨੇ ਪੋਰਚ ਖੜਾਈਆਂ ਜਾ ਕੇ ਦਿੱਲੀ ਦੇ ਅੰਦੋਲਨ 'ਚ, ਉਦੋਂ ਲੋਕਾਂ ਦੀ ਕਲਪਨਾ ਦੂਰ ਹੋਈ, ਉਦੋਂ ਲੋਕਾਂ ਦੀ ਧਾਰਨਾ ਦੂਰ ਹੋਈ ਕਿ ਪੰਜਾਬ ਵਾਲੇ ਨੇ ਜਿਹੜੇ ਬਈ ਉਹ ਕਿਸਾਨ ਅੱਗੇ ਬਹੁਤ ਵੱਧ ਗਏ। ਹਾਂ, ਉਹ ਬਹੁਤ ਅੱਗੇ ਵੱਧ ਗਏ ਨੇ ਉਹਨਾਂ ਦੇ। ਠੀਕ ਹੈ, ਮੈਂ ਵੀ ਕਹਿੰਦੀ ਹਾਂ ਕਿ ਪਿੰਡ ਵੀ ਬੜੇ ਅਮੀਰ ਨੇ, ਠੀਕ ਹੈ। ਹੁਣ ਜਿੰਨੇ ਸ਼ਹਿਰਾਂ 'ਚ ਲੋਕ ਬੈਠੇ ਨੇ, ਜਿਨ੍ਹਾਂ ਦੀ ਚੰਡੀਗੜ੍ਹ ਕੋਠੀ ਆ, ਦਿੱਲੀ ਕੋਠੀ ਆ, ਬੰਬੇ ਕੋਠੀ ਤੇ ਕੈਨੇਡਾ 'ਚ ਕੋਠੀਆਂ ਨੇ, ਠੀਕ ਆ, ਉਹਨਾਂ ਨੇ ਇੱਥੇ ਹੀ ਕਮਾ ਰਹੇ ਨੇ। ਉਹ ਮਾਲਵੇ ਦੁਆਬੇ ਵਾਲੇ ਨੇ ਸਾਰੇ, ਉਹਨਾਂ ਦੇ ਪੇਰੈਂਟਸ, ਉਹਨਾਂ ਦੀ 200-200 ਕਿੱਲੇ ਜ਼ਮੀਨ ਇੱਥੇ ਹੀ ਆ ਪੰਜਾਬ 'ਚ। ਪੰਜਾਬ ਦੇ ਪਿੰਡਾਂ ਤੋਂ ਕਮਾ ਕੇ ਸ਼ਹਿਰਾਂ ਦੇ ਵਿੱਚ ਕੋਠੀਆਂ ਬਣਾ ਰਹੇ ਨੇ, ਠੀਕ ਆ। ਵੱਡੇ ਵੱਡੇ ਮੁਲਕਾਂ 'ਚ ਮੱਲਾਂ ਮਾਰ ਰਹੇ ਨੇ। ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਮਾਪਿਆਂ ਨੇ ਸਾਨੂੰ ਪਿੰਡ ਤੋਂ ਹੀ ਬਣਾਇਆ ਹੈ। ਅਸੀਂ ਇਸੇ ਪਿੰਡ ਦੀ ਖੁਰਾਕ ਖਾ ਕੇ ਜਿਹੜੇ ਆ ਅੱਜ ਇੰਨੇ ਕਾਬਿਲ ਹੋਏ ਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ, ਬੰਬੇ ਦੇ ਵਿੱਚ, ਗੁੜਗਾਉਂ ਦੇ ਵਿੱਚ, ਕੈਨੇਡਾ ਦੇ ਵਿੱਚ ਅਸੀਂ ਅੱਜ ਬੈਠੇ ਆ। ਉਸ ਚੀਜ਼ ਨੂੰ ਜਿਹੜਾ ਵਾ ਭੁੱਲਣਾ ਨਹੀਂ ਚਾਹੀਦਾ। ਤੇ ਜਿਹੜੇ ਸਮਝੋ ਕਿ ਚੰਡੀਗੜ੍ਹ ਬੈਠੇ ਵੀ ਆ ਜਾਂ ਕਿਤੇ ਵੀ ਜਿਹੜੇ ਮਤਲਬ ਕਿ ਡਿਵੈਲਪਡ ਸਿਟੀ ਦੇ ਵਿੱਚ ਬੈਠੇ ਨੇ, ਪਿੱਛੇ ਤੇ ਉਹਨਾਂ ਦੇ 200 ਕਿੱਲੇ ਪਿੰਡ 'ਚ ਹੀ ਹੈ ਨਾ। ਇਹੀ ਤੇ ਮੈਂ ਕਹਿ ਰਹੀ ਹਾਂ ਕਿ ਉਹ ਜੜਾ ਉੱਥੇ ਹੀ ਨੇ, ਉੱਥੇ ਕਿਉਂ ਨਹੀਂ ਬਣਾ ਲੈਂਦੇ ਸਾਰਾ ਕੁਝ, ਹੈ ਨਾ। ਉੱਥੇ ਕਿਉਂ ਨਹੀਂ ਬਣਾ ਲੈਂਦੇ? ਤੁਹਾਨੂੰ ਆਫਰ ਕਿੱਥੋਂ ਸੀ? ਤੁਸੀਂ ਟੌਪਰ ਹੋ, ਟੌਪਰ ਨੂੰ ਤਾਂ ਵੈਸੇ ਜਿਹੜੀਆਂ ਵੀ ਅਸੀਂ ਕਹਿ ਦਈਏ ਕਿ ਬ੍ਰਾਂਡਸ ਨੇ ਉਹ ਖਿੱਚਦੇ ਨੇ। ਕਿੱਥੋਂ ਕਿੱਥੋਂ ਆਫਰ ਸੀ? ਜਾਂ ਵਿਦੇਸ਼ ਜਾਣ ਦੀਆਂ ਅੱਜ ਆਪਾਂ ਗੱਲਾਂ ਕਰਦੇ ਹਾਂ, ਵਿਦੇਸ਼ ਜਾਣ ਦਾ ਆਫਰ ਸੀਗਾ ਤੁਹਾਡੇ ਕੋਲ? ਮੇਰੇ ਕੋਲ ਸਾਰੇ ਤਰ੍ਹਾਂ ਦੇ ਆਫਰ ਸੀ, ਕਿਉਂਕਿ ਮੈਂ ਇੱਕ ਇੰਟੈਲੀਜੈਂਟ ਸਟੂਡੈਂਟ ਸੀ। LPU ਦੀ ਮੈਂ ਸਟੂਡੈਂਟ ਆ, ਮੈਂ ਪ੍ਰਾਊਡ LPU ਦੀ ਸਟੂਡੈਂਟ ਆ, ਬਿਕਾਜ਼ ਮੈਂ LPU ਦਾ ਫਸਟ ਬੈਚ ਦੀ ਸਟੂਡੈਂਟ ਆ। ਜਦੋਂ ਯੂਨੀਵਰਸਿਟੀ ਸ਼ੁਰੂ ਹੋਈ ਸੀ ਉਹਦੇ ਪਹਿਲੇ ਬੈਚ ਦੀ ਸਟੂਡੈਂਟ ਆ ਮੈਂ। ਉਦੋਂ 300-400 ਬੱਚੇ ਪਹਿਲੇ ਬੈਚ ਵਿੱਚ ਜਿਹੜੇ ਹੁੰਦੇ ਸੀ ਤੇ ਉਹਨਾਂ ਚੋਂ ਇੱਕ। ਸੋ LPU ਦੇ ਵਿੱਚ ਹੀ ਹਰ ਸਮੈਸਟਰ ਟੌਪਰ ਨੂੰ ਜਿਹੜਾ ਵਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ 'ਚ ਭੇਜਿਆ ਜਾਂਦਾ ਸੀ ਕਿ ਤੁਸੀਂ ਅਮਰੀਕਾ ਜਾਓ, ਕੈਨੇਡਾ ਜਾਓ, ਆਸਟ੍ਰੇਲੀਆ ਜਾਓ। ਯੂਨੀਵਰਸਿਟੀ ਤੁਹਾਨੂੰ $2,000 ਦੇ ਕੇ ਜਿਹੜਾ ਵਾ ਤੁਹਾਨੂੰ ਤੁਹਾਡਾ ਜਿਹੜਾ ਖਰਚਾ ਦੇਗੀ ਤੁਹਾਨੂੰ, ਤੁਸੀਂ ਬਸ ਪੜ੍ਹਨਾ ਹੀ ਆ। ਮੈਂ ਉਦੋਂ ਵੀ ਨਹੀਂ ਗਈ, ਠੀਕ ਹੈ। ਮੇਰੇ ਤੋਂ ਜਿਹੜੇ ਸਮਝੋ ਕਿ 5th-6th ਨੰਬਰ ਤੇ ਬੱਚੇ ਆ ਰਹੇ ਸੀ ਉਹ ਚੱਲ ਗਏ, ਪਰ ਮੈਂ ਉਦੋਂ ਵੀ ਨਹੀਂ ਚੂਜ਼ ਕੀਤਾ ਵਿਦੇਸ਼ ਜਾਣਾ। ਤੇ ਆਪਣੀ ਜੌਬ ਤੋਂ ਬਾਅਦ ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਓਬਵੀਅਸਲੀ ਮੈਂ ਕਿਸੇ ਵੀ ਕੰਟਰੀ 'ਚ ਅਪਲਾਈ ਕਰ ਸਕਦੀ ਸੀ, ਅੱਗੋਂ ਪੜ੍ਹ ਸਕਦੀ ਸੀ। ਟੌਪਰ ਸੀ, 10 ਆਊਟ ਆਫ 10 ਸੀ GPA ਵਾਲੀ ਟੌਪਰ ਮੇਰੇ ਜਿਹੜੇ ਲਾਸਟ ਸਮੈਸਟਰ। ਸੋ ਮੇਰੇ ਕੋਲ ਬਹੁਤ ਅੱਛੇ ਕ੍ਰੈਡੈਂਸ਼ੀਅਲ ਸੀ, ਮੇਰੇ ਟੀਚਰ ਵੀ ਬਹੁਤ ਮੈਨੂੰ ਹੈਲਪ ਕਰ ਰਹੇ ਸੀ। ਬਟ ਫਿਰ ਵੀ ਜਿਹੜਾ ਮੈਂ ਪੰਜਾਬ ਨੂੰ ਚੁਣਿਆ, ਐਕਚੁਅਲੀ 'ਚ ਮੈਂ ਪੰਜਾਬ ਨੂੰ ਨਹੀਂ ਚੁਣਿਆ। ਐਕਚੁਅਲ 'ਚ ਮੈਂ ਜਿਹੜਾ ਵਾ ਉਹ ਆਪਣੀ ਲਾਓ ਕਿ ਜਿਹੜੇ ਲੋਕਾਂ ਨੇ ਮੈਨੂੰ ਬਣਾਇਆ ਹੈ, ਮੇਰੇ ਪਿੰਡ ਦੇ ਲੋਕਾਂ ਨੇ, ਮੇਰੀ ਫੈਮਿਲੀ ਨੇ, ਮੈਂ ਉਹਨਾਂ ਨੂੰ ਚੁਣਿਆ। ਜਿਨ੍ਹਾਂ ਨੇ ਸਾਨੂੰ ਬਣਾਇਆ ਉਹਨਾਂ ਨੂੰ ਮੈਂ ਛੱਡ ਨਹੀਂ ਸਕਦੀ। ਤੁਸੀਂ ਜਿਨ੍ਹਾਂ ਨੂੰ ਚੁਣਿਆ ਤੁਹਾਨੂੰ ਉਹਨਾਂ ਨੇ ਬਣਾਇਆ, ਪਰ ਉਹ ਬਣਾਉਣ ਵਾਲਿਆਂ 'ਚ ਕੁਝ ਕਿਹੋ ਜਿਹੇ ਲੋਕ ਵੀ ਹੁੰਦੇ ਨੇ ਜਿਹੜੇ
ਅਸੀਂ ਕਹਿ ਦਈਏ ਕਿ ਵਿਗਾੜਨ ਵਾਲੇ ਹੁੰਦੇ ਨੇ। ਜਦੋਂ ਔਰਤ ਕੁਝ ਕਰਦੀ ਆ ਨਾ, ਤੇ ਚਾਹੇ ਕਿਸੇ ਵੀ ਫੀਲਡ 'ਚ ਕਰਦੀ, ਉਹਦੇ ਲਈ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਖਾਸ ਤੌਰ ਤੇ ਕਿਰਦਾਰ ਕੁਸ਼ੀ ਜਿਹੜੀਆਂ ਕਿ ਬੋਲਾਂ ਦੇ ਜ਼ਰੀਏ ਬੜੀ ਛੇਤੀ ਕੀਤੀ ਜਾਂਦੀ ਹੈ। ਉਹ ਚੀਜ਼ਾਂ ਕਿਤੇ ਨਾ ਕਿਤੇ ਅੱਜ ਵੀ ਅਸੀਂ ਪੰਜਾਬ ਦੇ, ਚਲੋ ਬਹੁਤੇ ਵਰਗ 'ਚ ਗੱਲ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਅੱਜ ਵੀ ਉਹ ਦਿੱਕਤ ਜ਼ਰੂਰ ਹੈ। ਮਨਦੀਪ ਨੂੰ ਕਿਤੇ ਉਹ ਦਿੱਕਤ ਆਈ ਸੀ? ਮੇਰੀ ਜਰਨੀ ਤੇ ਬਹੁਤ ਹੀ ਪਿਆਰੀ ਜੀ ਰਹੀ ਹੈ, ਮੈਨੂੰ ਇਦਾਂ ਮਤਲਬ ਤੁਹਾਨੂੰ ਕਿਸੇ ਨੇ ਇਹ ਨਹੀਂ ਕਿ ਮੈਨੂੰ ਕੋਈ ਇੰਨੀ ਖਾਸ ਦਿੱਕਤ ਨਹੀਂ ਆਈ, ਖਾਸ ਕਰਕੇ ਜੇ ਮੈਂ ਆਪਣੀ ਆਡੀਅנס ਵੱਲ ਦੇਖਾਂ ਤੇ ਜਿਨ੍ਹਾਂ ਨੇ ਦਿੱਕਤ ਕੀਤੀ ਵੀ ਆ ਉਹ ਮੈਂ ਇਗਨੋਰ ਕਰ ਦਿੰਦੀ, ਮੈਨੂੰ ਬਹੁਤ ਅੱਛਾ ਇਗਨੋਰ ਕਰਨਾ ਆਉਂਦਾ। ਸੋ ਮੈਂ ਮਤਲਬ ਵਕਤ ਨਾਲ ਮੈਚੁਰ ਹੋ ਗਈ। ਜੇ ਦੇਖੋ ਤੁਹਾਡੇ ਕੋਲ ਤੁਹਾਨੂੰ ਕੋਈ ਦੁਖੀ ਕਰਨ ਵਾਲਾ ਨਹੀਂ ਆਏਗਾ ਤੇ ਤੁਹਾਡਾ ਮਨ ਜਿਹੜਾ ਸਟਰੋਂਗ ਨਹੀਂ ਹੋਏਗਾ। ਜਦੋਂ ਮੈਂ ਮੈਂਟਲੀ ਬਹੁਤ ਜ਼ਿਆਦਾ ਸਮਝੋ ਕਿ ਸਟ੍ਰੈਸ 'ਚ ਆ, ਪਰੇਸ਼ਾਨ ਆ, ਉਦੋਂ ਮੈਂ ਇਹੀ ਸੋਚਦੀ ਕਿ ਅੱਜ ਚੰਗਾ ਜਿਮ ਲੱਗ ਰਿਹਾ, ਰਾਈਟ। ਸੋ ਜਿੰਨਾ ਤੁਸੀਂ ਔਖੇ ਹੋ ਕੇ ਜਿਮ ਲਾਓਗੇ, ਤੁਹਾਡੀਆਂ ਮਸਲਸ ਦੁਖਣਗੀਆਂ ਹਨਾ, ਤੁਹਾਡੀ ਖੱਲੀਆਂ ਪੈ ਜਾਣਗੀਆਂ ਤੇ ਓਨਾ ਹੀ ਤੁਹਾਡਾ ਸਰੀਰ ਜਿਹੜਾ ਸਟਰੋਂਗ ਬਣ ਜਾਂਦਾ। ਉਸੇ ਤਰ੍ਹਾਂ ਜਦੋਂ ਮਨ ਤੇ ਟੈਨਸ਼ਨ ਹੋਵੇ, ਤੁਸੀਂ ਡਿਸਟਰਬ ਹੋ ਜਾਓ, ਠੀਕ ਆ, ਉਦੋਂ ਤੁਸੀਂ ਇਹ ਸੋਚ ਲਿਆ ਕਰੋ ਕਿ ਅੱਜ ਚੰਗੀ ਮਨ ਦੀ ਐਕਸਰਸਾਈਜ਼ ਹੋ ਰਹੀ ਹੈ ਕਿ ਅੱਜ ਪਰ ਨਹੀਂ, ਇਹ ਮਨਦੀਪ ਠੀਕ ਆ, ਤੁਸੀਂ ਆਪਣਾ ਅਸੀਂ ਕਹਿ ਦਈਏ ਕਿ ਤੁਸੀਂ ਇੱਕ ਅੰਦਾਜ਼ ਬਣਾ ਲਿਆ, ਨਜ਼ਰ ਅੰਦਾਜ਼ ਕਰਨ ਦਾ ਇੱਕ ਅੰਦਾਜ਼ ਬਣਾ ਲਿਆ। ਪਰ ਬਹੁਤੀਆਂ ਕੁੜੀਆਂ ਖਾਸ ਤੌਰ ਤੇ ਜਿਹਦੋਂ ਬਾਅਦ ਅਸੀਂ ਕੁੜੀਆਂ ਦੇ ਹੱਕ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਕਿਤੇ ਨਾ ਕਿਤੇ ਫੈਮਿਨਿਜ਼ਮ ਕਹਿ ਕੇ ਦੁਰਕਾਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਬਹੁਤੀਆਂ ਕੁੜੀਆਂ ਘਰੇ ਬਹਿ ਜਾਂਦੀਆਂ ਨੇ, ਬਹੁਤੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਵਿਆਹ ਕਰ ਦਿੰਦੇ, ਜਾਂ ਬਹੁਤੀਆਂ ਕੁੜੀਆਂ ਦੀ ਇੱਕ ਲਿਮਟ ਤੈਅ ਕੀਤੀ ਜਾਂਦੀ ਹੈ, ਉਹ ਸ਼ਾਇਦ ਪੜ੍ਹ ਲਿਖ ਕੇ ਵੀ ਬਾਅਦ ਚੋਂ ਉਸ ਪੜ੍ਹਾਈ ਦਾ ਸਹੀ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਪਾਉਂਦੀਆਂ। ਹਾਂਜੀ, ਕਿਉਂਕਿ ਅਸੀਂ ਆਜ਼ਾਦ ਨਹੀਂ ਹੈ ਨਾ, ਮੈਂ ਤੇ ਕਹਿ ਰਹੀ ਹਾਂ ਅਸੀਂ ਅਜੇ ਆਜ਼ਾਦ ਨਹੀਂ ਹਾਂ। 75ਵਾਂ ਸਾਲ ਜਿਹੜਾ ਬਣਾ ਕੇ ਹਟੇ ਆ। ਹਾਂ ਨਹੀਂ, ਅਜੇ ਆਜ਼ਾਦ ਨਹੀਂ ਅਸੀਂ, ਕਿਉਂਕਿ ਬਹੁਤ ਜ਼ਿਆਦਾ ਇਦਾਂ ਲੱਗਦਾ ਹੈ ਮੈਨੂੰ ਵੇਖ ਕੇ ਵੀ, ਤੁਹਾਨੂੰ ਲੱਗਦਾ ਹੈ ਹੋਰ ਕਈ ਸ਼ਖਸੀਅਤਾਂ ਤੁਹਾਨੂੰ ਦੇਖ ਕੇ ਲੱਗਦਾ ਕਿ ਹਾਂ ਬਈ ਬੜਾ ਵਧੀਆ ਚੱਲ ਰਿਹਾ, ਬੈਲੈਂਸ ਨਹੀਂ ਬਣ ਰਿਹਾ ਨਾ। ਹਾਂ, ਬਟ ਨਹੀਂ, ਮੈਂ ਇਹ ਮੰਨਦੀ ਕਿ ਲੋਕ ਕਹਿੰਦੇ ਨੇ ਕਿ ਵੂਮਨ ਤੇ ਮੈਨ ਨੂੰ ਕੰਪੇਅਰ ਨਾ ਕਰੋ, ਇਹਨਾਂ ਨੂੰ ਇੱਕ ਮੰਨੋ, ਠੀਕ ਆ, ਪਰ ਬਹੁਤ ਔਖਾ ਵਾ ਤੁਹਾਡੀਆਂ ਸਕਸੈਸ ਦੀਆਂ ਪੌੜੀਆਂ ਚੜ੍ਹਨਾ, ਠੀਕ ਆ। ਹਰ ਤਰ੍ਹਾਂ ਵੂਮਨ ਜਿਹੜੀ ਆ ਉਹਨੂੰ ਫਾਈਨੈਂਸ਼ਲੀ ਕੋਈ ਸਪੋਰਟ ਕਰਨ ਨੂੰ ਰੈਡੀ ਨਹੀਂ, ਠੀਕ ਆ। ਜੇ ਉਹ ਘਰੋਂ ਗਰੀਬ ਆ ਜਾਂ ਉਹਨੂੰ ਲੱਗਦਾ ਕਿ ਮੇਰੇ ਪੇਰੈਂਟਸ ਕੋਲ ਉਨੇ ਪੈਸੇ ਨਹੀਂ, ਤੇ ਅੱਗੋਂ ਵੀ ਕੋਈ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ। ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਹਾਡਾ ਮਨਦੀਪ ਦਾ ਬਹੁਤ ਵਧੀਆ ਪ੍ਰੋਜੈਕਟ ਆ, ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਕੋਲ ਇੱਕ ਸੋਚ ਹੈ, ਤੁਸੀਂ ਕਹਿੰਦੇ ਹੋ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੁੰਦੀ। ਕਾਰਨ ਕੀ ਹੈ? ਕਿ ਹਜੇ ਵੀ ਲੋਕਾਂ ਦੀ ਸੋਚ ਹੈ ਵੀ ਔਰਤ ਗੱਡੀ ਨਹੀਂ ਵਧੀਆ ਚਲਾ ਸਕਦੀ, ਔਰਤ ਸਕੂਟਰੀ ਨਹੀਂ ਵਧੀਆ ਚਲਾ ਸਕਦੀ, ਤਾਂ ਔਰਤ ਜਿਹੜਾ ਕਿ ਕੋਈ ਕੰਪਨੀ ਵੀ ਨਹੀਂ ਚਲਾ ਸਕਦੀ। ਵਿਸ਼ਵਾਸ ਨਹੀਂ ਨਾ, ਕਾਰਨ ਸਿਰਫ ਇੱਕ ਵਰਡ ਹੈ, ਵਿਸ਼ਵਾਸ ਨਹੀਂ ਆ ਅਜੇ ਔਰਤ ਤੇ ਲੋਕਾਂ ਨੂੰ ਕਿ ਇਹ ਵੀ ਉਦਾਂ ਹੀ ਕਰ ਸਕਦੀ ਜਿਵੇਂ ਇੱਕ ਮੁੰਡਾ ਕਰ ਸਕਦਾ। ਪਰ ਮਨਦੀਪ, ਮੈਂ ਇੱਕ ਸਵਾਲ ਨਾਲ ਉੱਠਦਾ, ਪਰ ਇਹਦੇ ਨਾਲ ਤੁਸੀਂ ਦੇਖੋ ਮਾਈ ਭਾਗੋ ਦੀਆਂ ਉਦਾਹਰਨਾਂ ਅਸੀਂ ਦਿੰਦੇ ਹਾਂ, ਮਾਤਾ ਸਾਹਿਬ ਕੌਰ ਦੀਆਂ ਉਦਾਹਰਨ ਦਿੰਦੇ ਹਾਂ, ਲక్ష్ਮੀ ਬਾਈ ਦੀਆਂ ਉਦਾਹਰਨ ਦਿੰਦੇ ਹਾਂ। ਬੇਸ਼ੱਕ ਅਸੀਂ ਕਹਿ ਦਈਏ ਕਿ ਜਿਸ ਤਰੀਕੇ ਨਾਲ ਜੰਗ ਲੜੀ, ਹੋਰ ਬਹੁਤ ਸਾਰਿਆਂ ਨੇ ਜੇ ਨਾਮ ਨੇ ਜਿਨ੍ਹਾਂ ਦੀ ਉਦਾਹਰਨਾਂ ਦਿੰਦੇ ਆ, ਫਿਰ ਵੀ ਵਿਸ਼ਵਾਸ ਉਹਨਾਂ ਨੇ ਆਪਣੀ ਉਦਾਹਰਨਾਂ ਬਣਾਈਆਂ ਨਾ। ਇਹੀ ਤੇ ਅਸੀਂ ਕਹਿ ਰਹੇ ਹਾਂ, ਇਹੀ ਤੇ ਅਸੀਂ ਔਰਤਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀਆਂ ਉਦਾਹਰਨਾਂ ਬਣਾਓ, ਤੁਹਾਨੂੰ ਬਣਾਉਣੀਆਂ ਪੈਣਗੀਆਂ। ਉੱਠਣਾ ਇਹ ਨਹੀਂ ਮੈਂ ਕਹਿੰਦੀ ਕਿ ਔਰਤ ਕਰਨਾ ਚਾਹੁੰਦੀ ਕਿ ਲੋਕ ਕਰਨ ਨਹੀਂ ਦੇ ਰਹੇ, ਮੈਂ ਇਹ ਵੀ ਕਹਿੰਦੀ ਹਾਂ ਕਿ ਬਹੁਤ ਸਾਰੀਆਂ ਔਰਤਾਂ ਨਹੀਂ ਕਰਨਾ ਚਾਹੁੰਦੀਆਂ, ਠੀਕ ਹੈ ਨਾ, ਪੜ੍ਹ ਲਿਖ ਕੇ ਵੀ ਉਹ ਨਹੀਂ ਚਾਹੁੰਦੀਆਂ, ਉਹਨਾਂ ਨੂੰ ਲੱਗਦਾ ਕਿ ਬਹੁਤ ਅੱਛੇ ਘਰ ਵਿਆਹ ਹੋ ਗਿਆ ਤੇ ਚਲੋ ਠੀਕ ਆ। ਪਰ ਇਹ ਮੇਰਾ ਮੈਸੇਜ ਆ ਕਿ ਜਿੰਨੇ ਮਰਜ਼ੀ ਤੁਹਾਡੇ ਅੱਛੇ ਘਰ ਵਿਆਹ ਹੋ ਜੇ, ਕੁਛ ਵੀ ਆ, ਠੀਕ ਆ, ਪਰ ਇਹ ਕਿ ਦੇਖੋ ਤੁਸੀਂ ਆਪਣੀ ਰੂਟੀਨ ਰੱਖੋਗੇ, ਤੁਹਾਡੇ ਬੱਚੇ ਵੀ ਆਪਣੀ ਰੂਟੀਨ ਰੱਖਣਗੇ। ਤੁਸੀਂ ਬਿਹਤਰ ਇੰਗਲਿਸ਼ ਬੋਲੋਗੇ, ਬਿਹਤਰ ਪੰਜਾਬੀ ਬੋਲੋਗੇ, ਤੁਹਾਡੇ ਬੱਚੇ ਵੀ ਬਿਹਤਰ ਬੋਲਣਗੇ। ਤੁਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖੋਗੇ, ਤੁਸੀਂ ਸਿੰਪਲ ਰਹੋਗੇ, ਤੁਹਾਡੇ ਬੱਚੇ ਵੀ ਸਿੰਪਲ ਰਹਿਣਗੇ। ਕਹਿ ਦਈਏ ਵੀ ਔਰਤ ਕਿਤੇ ਨਾ ਕਿਤੇ ਔਰਤ ਦੇ ਪਿਛੜੇਪਨ ਦਾ ਕਾਰਨ ਬਣਦੀ ਆ। ਹਾਂ, ਨਹੀਂ, ਕੋਈ ਔਰਤਾਂ ਮਤਲਬ ਕਿ ਐਗਜ਼ਾਮਪਲਾਂ ਸੈੱਟ ਕਰਨ ਦੀ ਬੜੀ ਲੋੜ ਆ ਹੁਣ। ਪਰ ਨਹੀਂ, ਅਸੀਂ ਇਤਿਹਾਸ ਤੋਂ ਸਿੱਖਦੇ ਕਿਉਂ ਨਹੀਂ ਪਏ ਫਿਰ? ਹਾਂ ਸਿੱਖਦੇ ਆ, ਦੇਖੋ ਘਰੋਂ ਹੀ ਸੰਸਕਾਰ ਆਣੇ ਆ। ਇੱਕ ਤੇ ਪੇਰੈਂਟਸ ਨੂੰ ਵੀ ਥੋੜਾ ਸਾਥ ਦੇਣ ਦੀ ਲੋੜ ਆ, ਠੀਕ ਹੈ ਨਾ। ਹੁਣ ਤੇ ਇੱਕ ਔਰਤ ਨੂੰ ਜਿਹੜੇ ਵਾ, ਉਹ ਔਰਤ ਨੂੰ ਲੱਗਦਾ ਕਿ ਸਹਾਰੇ ਲੈ ਕੇ ਮੈਂ ਅੱਗੇ ਵਧ ਸਕਦੀ ਹਾਂ, ਤੇ ਤੁਸੀਂ ਕਿੰਨੀਆਂ ਐਗਜ਼ਾਮਪਲਾਂ ਜਾਣਦੇ ਹੋ ਜਿਹੜੇ ਨਹੀਂ ਲਏ ਸਹਾਰੇ, ਬੇਸਹਾਰਾ, ਅਬਲਾ, ਲਾਚਾਰ, ਉਹ ਸ਼ਬਦ ਨਾਲ ਜੁੜੇ ਨੇ। ਹਾਂ, ਸੋ ਇਹ ਕਿ ਸਹਾਰੇ ਨਾ ਲੱਭੋ, ਥੋੜਾ ਕੰਮ ਕਰ ਲਓ। ਮੈਂ ਇਹ ਕਹਿ ਰਹੀ ਹਾਂ, ਮੈਂ ਵੀ ਤੇ 2 ਤੋਂ 10 ਸਾਲਾਂ ਚ 120 ਬਣਾਏ ਨਾ, ਤੇ ਤੁਸੀਂ ਵੀ 10 ਸਾਲ ਲਗਾ ਲਓ। ਪਰ ਔਰਤ ਜਾਂ ਕੋਈ ਵੀ ਮਰਦ ਜਾਂ ਕਿਸੇ ਦੀ ਗੱਲ ਲਾ ਲਓ, ਉਹਨਾਂ ਨੂੰ ਲੱਗਦਾ ਕਿ ਨਹੀਂ 2 ਸਾਲਾਂ ਚ ਹੀ ਹੋ ਜੇ, ਕਿ ਮੈਂ ਫਟਾਫਟ ਵੱਡੇ ਸਿਟੀ ਚ ਚਲ ਜਾ, ਦੂਜੇ ਕੰਟਰੀ ਚ ਚਲ ਜਾ, ਤੇ ਬਸ 2 ਸਾਲ ਚ ਮੇਰੇ ਕੋਲ ਘਰ ਆ ਜੇ, 2 ਸਾਲ ਚ ਮੇਰੇ ਕੋਲ ਕਾਰ ਆ ਜੇ, ਮੇਰੇ ਕੋਲ ਆ ਜੇ। ਜਿਹੜਾ ਕਾਲੀ ਹੈ ਨਾ, ਕਾਲੀ, ਉਹ ਕੁਛ ਨਹੀਂ ਕਰਨ ਦੇ ਰਹੀ। ਸੋ ਪੰਜਾਬ ਜਿਹੜਾ ਉਹ ਪੇਸ਼ੈਂਸ ਮੰਗਦਾ। ਅੱਛਾ, ਮਨਦੀਪ ਕੋਲ ਕੁੜੀਆਂ ਕਿੰਨੀਆਂ ਕੰਮ ਕਰਦੀਆਂ ਨੇ? ਕੁੜੀਆਂ ਮੇਰੇ ਕੋਲ ਹੋਣਗੀਆਂ ਅਰਾਊਂਡ 40 ਦੇ ਕਰੀਬ ਹੋਣਗੀਆਂ, 30 to 40। ਠੀਕ ਹੈ, ਇਹ ਤੁਸੀਂ ਆਪ ਲੈ ਕੇ ਆਉਂਦੇ ਹੋ, ਘਰਦਿਆਂ ਨੂੰ ਵਿਸ਼ਵਾਸ ਦਵਾ ਕੇ ਲਿਆਉਂਦੇ ਹੋ, ਜਾਂ ਆਪਣੇ ਆਪ ਆਉਂਦੀਆਂ ਨੇ? ਆਪੇ ਆਉਂਦੀਆਂ ਨੇ। ਮੇਰੇ ਤੇ
ਕਈ ਲੋਕ ਕਹਿੰਦੇ ਕਿ ਮਨਦੀਪ ਇੰਨਾ ਸਕਸੈਸਫੁਲੀ ਕਿੱਦਾਂ ਕੰਮ ਕਰ ਪਾਉਂਦੀ। ਉਹਨਾਂ ਨੂੰ ਇੱਕ ਹੋਰ ਸੀਕ੍ਰੇਟ ਵੀ ਦੱਸਣਾ ਚਾਹਨੀ ਆ ਕਿ ਮੋਸਟਲੀ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਉਹੀ ਮੇਰੇ ਨਾਲ ਜੌਬ ਕਰ ਰਹੇ। ਹਾਂ, ਸੋ ਬਹੁਤ ਲੋਕ ਪ੍ਰਭਾਵਿਤ ਨੇ ਸਾਡੀ ਸਟੋਰੀ ਤੋਂ, ਪੜ੍ਹਦੇ ਨੇ ਮੇਰੇ ਬਾਰੇ ਐਂਡ ਉਹ ਖੁਸ਼ ਨੇ ਕਿ ਹਾਂ ਕਿ ਮਨਦੀਪ ਮੈਮ ਦੇ ਨਾਲ ਚੰਗਾ ਲੱਗਦਾ ਜੋ ਤੁਹਾਨੂੰ ਪੜਿਆ ਜਾਂਦਾ ਆ। ਹਾਂ, ਮੈਨੂੰ ਅੱਛਾ ਲੱਗਦਾ ਕਿ ਮੈਨੂੰ ਤੁਸੀਂ ਮੰਨ ਨਹੀਂ ਸਕਦੇ ਕਿ ਇੰਨੇ ਵੱਡੇ ਵੱਡੇ ਲੇਖ ਜਿਹੜੇ ਮੇਰੇ ਮੈਸੇजेस 'ਚ ਆਉਂਦੇ ਮੈਨੂੰ ਫੇਸਬੁੱਕ ਦੇ ਵਿੱਚ, ਕਿ ਜਦੋਂ ਮੈਂ ਉਹਨਾਂ ਨੂੰ ਇੱਕ ਲਾਈਨ ਦਾ ਜਵਾਬ ਦਿੰਦੀ ਮੈਨੂੰ ਖੁਦ ਬੜੀ ਸ਼ਰਮ ਆਉਂਦੀ, ਪਰ ਇੰਨੇ ਨੂੰ ਮੈਂ ਜਵਾਬ ਨਹੀਂ ਦੇ ਸਕਦੀ। ਪਰ ਲੋਕ ਬਹੁਤ ਹੀ ਡੂੰਘਾਈ ਨਾਲ ਪੜ੍ਹਦੇ ਤੇ ਬਹੁਤ ਹੀ ਡੂੰਘਾਈ ਨਾਲ ਲਿਖ ਕੇ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਆ। ਮੇਰੇ ਖਿਆਲ ਤੁਹਾਡੇ 9 ਲੱਖ ਫਾਲੋਅਰ ਨੇ। ਹਾਂਜੀ, ਅਰਾਊਂਡ 9 ਲੱਖ ਤੋਂ ਵੱਧ ਫਾਲੋਅਰ ਨੇ। ਅੱਛਾ, ਸੋਸ਼ਲ ਮੀਡੀਆ ਦਾ ਕਿੰਨਾ ਕੁ ਵਧੀਆ ਯੋਗਦਾਨ ਹੈ? ਵਧੀਆ ਸੀ, ਮੈਨੂੰ ਤਾਂ ਲੱਗਦਾ 5% ਵਧੀਆ ਯੋਗਦਾਨ, ਬਾਕੀ ਤੇ ਡਿਸਟਰੈਕਸ਼ਨ ਹੀ ਆ। 95% ਮੰਨ ਲਓ ਤੁਸੀਂ ਕਹਿੰਦੇ ਹੋ ਮਾੜਾ ਹੋ ਜਾਂਦਾ ਹੈ। ਹਾਂ, ਨਹੀਂ ਡਿਸਟਰੈਕਸ਼ਨ ਬਹੁਤ ਜ਼ਿਆਦਾ ਵਾ। ਇਹ ਆਪਦੀ ਸੋਚ ਤੇ ਡਿਪੈਂਡ ਨਹੀਂ ਕਰਦਾ। ਹਾਂ, ਨਹੀਂ ਇਹ ਕਿਉਂਕਿ ਹੁਣ ਦੇਖੋ ਉਹਨਾਂ ਦਾ ਵੀ ਬਿਜ਼ਨਸ ਆ, ਫੇਸਬੁੱਕ ਦਾ ਵੀ, YouTube ਦਾ ਵੀ। ਉਹਨਾਂ ਨੇ ਕਲਰ ਕੰਬੀਨੇਸ਼ਨ, ਉਹਨਾਂ ਨੇ ਐਲਗੋਰਿਦਮਸ ਹੀ ਉਦਾਂ ਦੇ ਲਾਏ ਆ ਕਿ ਆਮ ਭੋਲੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਉਹਦੇ ਵਿੱਚ 1 ਘੰਟਾ ਕਦੋਂ ਬਿਤਾਤਾ, ਰਾਈਟ? ਸੋ ਇਸ ਕਰਕੇ ਉਹ ਉਹਨਾਂ ਦੀ ਟੈਕਨੋਲੋਜੀ ਆ, ਉਹਨਾਂ ਦਾ ਤਰੀਕਾ ਲੋਕਾਂ ਦੇ ਮਨਾਂ ਨਾਲ ਖੇਡਣ ਦਾ। ਸੋ ਵੀ ਸ਼ੁੱਡ ਵਰਕ ਔਨ ਅਵੋਇਡਿੰਗ। ਦੇਖੋ, ਜਦੋਂ ਅਸੀਂ ਬੁੱਕਸ ਪੜ੍ਹਦੇ ਆ, ਅਖਬਾਰਾਂ ਪੜ੍ਹਦੇ ਆ, ਕਿਸੇ ਨੂੰ ਮਿਲਦੇ ਆ, ਕਿੰਨਾ ਅੱਛਾ ਲੱਗਦਾ, ਠੀਕ ਹੈ? ਸੋ ਇਹੀ ਹੈ ਕਿ ਸਾਨੂੰ ਮੋਬਾਈਲ ਦੀ ਜਗ੍ਹਾ ਤੇ ਕਦੀ ਕਦੀ ਟਾਈਮ ਦੇ ਦੇਣਾ ਚਾਹੀਦਾ ਕਿਸੇ ਨੂੰ ਕਿ ਤੁਹਾਨੂੰ 4 ਵਜੇ ਮਿਲਾਂਗਾ, ਤੁਹਾਨੂੰ 5 ਵਜੇ ਮਿਲਾਂਗਾ, ਆਪਾਂ 7:30 ਮਿਲਾਂਗੇ। ਇਸ ਤਰ੍ਹਾਂ ਕਿ ਤੁਸੀਂ ਜਿਹੜਾ ਮੋਬਾਈਲ ਤੇ ਟਾਈਮ ਲਾਣਾ ਉਹ ਕਿਸੇ ਨਾਲ ਸਿੱਧੀ ਗੱਲ ਕਰਕੇ। ਲੋਕਾਂ ਨੇ ਕਰੋਨਾ ਟਾਈਮ ਲਾਇਆ। ਕਰੋਨਾ ਟਾਈਮ ਲੋਕਾਂ ਨੇ ਮੋਬਾਈਲ ਵੀ ਪਾਸੇ ਰੱਖੇ ਆ, ਉਦੋਂ ਘਰਾਂ 'ਚ ਮਿਲੇ ਵੀ ਇੱਕ ਦੂਜੇ ਨੂੰ ਬਹੁਤ ਨੇੜਿਓਂ। ਬਹੁਤ ਸਾਰੀਆਂ ਲੋਕਾਂ ਨੇ ਸਟੋਰੀਆਂ ਸਾਂਝੀਆਂ ਕੀਤੀਆਂ ਵੀ ਮੈਂ ਆਪਦੇ ਬਜ਼ੁਰਗਾਂ ਨਾਲ ਬੈਠਾ, ਵੀ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਲੋਕ ਕੰਮਾਂ ਕਾਰਾਂ ਨੂੰ ਭੁੱਲ ਗਏ। ਲੋਕ ਜਿਹੜੇ ਕਹਿੰਦੇ ਨੇ ਯਾਰ ਸਾਨੂੰ ਸਿਰ ਖੁਰਕਣ ਦੀ ਵੇਲ ਨਹੀਂ, ਸਾਰੀ ਵੇਲ ਸੀ ਉਹਨਾਂ ਨਾਲ। ਸਾਰੀ ਵੇਲ ਸੀ ਉਹਨਾਂ ਕੋਲ। ਦੇਖੋ, ਉਹ ਵੀ ਟਾਈਮ ਬਹੁਤ ਜ਼ਰੂਰੀ ਸੀ। ਉਹਦੇ ਨਾਲ ਕਈ ਚੀਜ਼ਾਂ ਠੀਕ ਹੋਈਆਂ ਹੋਣੀਆਂ ਤੇ ਕਈ ਖਰਾਬ ਵੀ। ਵੈਸੇ ਬਹੁਤੀਆਂ ਠੀਕ ਹੀ ਹੋਈਆਂ ਹੋਣੀਆਂ ਕਿ ਲੋਕਾਂ ਨੇ ਇਹਨੂੰ ਆਪਣੇ ਵੀ ਭੈਣ ਭਰਾਵਾਂ ਨੂੰ, ਘਰ ਵਾਲਿਆਂ ਨੂੰ, ਆਪਣੇ ਬੱਚਿਆਂ ਨੂੰ ਥੋੜਾ ਹੋਰ ਜਾਣ ਸਕੇ ਹੋਣੇ ਆ। ਕਰੋਨਾ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਨੋਟ ਕੀਤੀ, ਇੱਕ ਬਿਜ਼ਨਸ ਦਾ ਸਵਾਲ ਹੈ ਲੋਕਾਂ ਦਾ ਕਿ ਸਾਡੇ ਲੋਕ ਆਪਦੇ ਬਿਜ਼ਨਸ ਵੱਲ ਜ਼ਿਆਦਾ ਵਧੇ, ਖਾਸ ਤੌਰ ਤੇ ਰੇਹੜੀ ਕਲਚਰ ਵਾਲਾ। ਯਾਨੀ ਕਿ ਅਸੀਂ ਕਮਾਈ ਕਰਨੀ ਆ, ਮਿਹਨਤ ਕਰਨੀ ਆ, ਪਰ ਥੋੜਾ ਖਰਚਾ ਕਰਕੇ। ਚੰਡੀਗੜ੍ਹ ਮੋਹਾਲੀ ਦਾ ਬਹੁਤ ਹੈ, ਸਰਦਾਰਾਂ ਦੇ ਨਾਮ ਤੋਂ ਲਿਖਿਆ ਹੋਇਆ, ਸਰਦਾਰ ਜੀ ਦਾ ਫਲਾਨੀ ਚਾਰਟ, ਸਰਦਾਰ ਜੀ ਦਾ ਫਲਾਨਾ, ਇਹ ਬਹੁਤ ਹੈ। ਇਹ ਤੁਹਾਨੂੰ ਇਹ ਜਿਹੜੀ ਇਹ ਨਵੀਂ ਦਿਸ਼ਾ ਆ ਗਈ ਨੌਜਵਾਨਾਂ ਕੋਲ, ਕਿੱਦਾਂ ਦੀ ਲੱਗ ਰਹੀ ਹੈ? ਬਹੁਤ ਅੱਛੀ ਲੱਗ ਰਹੀ। ਮੈਂ ਤੇ ਕਹਾਂਗੀ ਕਿ ਮੈਂ ਤੁਹਾਡੇ ਚੈਨਲ ਜ਼ਰੀਏ ਵੀ ਕਹਿ ਰਹੀ ਕਿ ਜਿਹੜਾ ਬੰਦਾ ਪੰਜਾਬ 'ਚ ਰਹਿ ਕੇ ਕਿਰਤ ਕਮਾਈ ਨੂੰ ਪ੍ਰੈਫਰੈਂਸ ਦੇ ਰਿਹਾ, ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ, ਚਾਹੇ ਉਹ ਉਹਨੇ ਜਿਹੜਾ ਬਿਜ਼ਨਸ ਆ ਉਹ ਛੋਟੇ ਤੋਂ ਛੋਟਾ ਵੀ ਖੋਲਿਆ, ਮੈਂ ਉਹਨੂੰ ਬਿਲਕੁਲ ਮੁਫਤ ਪ੍ਰਮੋਟ ਕਰਾਂਗੀ, ਠੀਕ ਹੈ ਨਾ? ਮੇਰੇ ਆਲਮੋਸਟ 10 ਲੱਖ ਫਾਲੋਅਰ ਹੈ, ਠੀਕ ਹੈ? ਕਰਦੀ ਵੀ ਆ, ਤੁਸੀਂ ਦੇਖਦੇ ਹੋ ਮੈਂ ਕਰਦੀ, ਕਿਉਂਕਿ ਇਸ ਚੀਜ਼ ਦੀ ਬਹੁਤ ਲੋੜ ਆ। ਤੁਸੀਂ ਇੰਨਾ ਜ਼ਿਆਦਾ ਤੁਸੀਂ ਖਿੜ ਕੇ ਅੱਗੇ ਆਉਂਦੇ ਹੋ, ਇੰਨਾ ਜ਼ਿਆਦਾ ਤੁਹਾਡੇ ਲਈ ਸਨਮਾਨ ਆ ਕਿ ਜਿਹੜੇ ਲੋਕ ਕੰਮ ਨੂੰ ਛੋਟਾ ਵੱਡਾ ਜਿਹੜਾ ਨਹੀਂ ਸਮਝਦੇ। ਮੈਨੂੰ ਬਹੁਤ ਵਧੀਆ ਲੱਗਦਾ ਕਈ ਮੁੰਡਿਆਂ ਨੇ ਬਾਹਰੋਂ ਆ ਕੇ ਇੱਥੇ ਆਰਗੈਨਿਕ ਦੀ ਸਬਜ਼ੀਆਂ ਦੀ ਪੂਰੀ ਇੱਕ ਆਊਟਲੈਟ ਖੋਲਿਆ, ਕਈਆਂ ਨੇ ਫੂਡ ਟਰੱਕ ਖੋਲੇ ਨੇ, ਕਈਆਂ ਨੇ ਉਹੀ ਜਿੱਦਾਂ ਤੁਸੀਂ ਰੇਹੜੀ ਵਾਲਾ ਕਿਹਾ ਹਨਾ, ਉਹਨਾਂ ਨੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ। ਸੋ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਤੁਹਾਡੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਦਿਖ ਰਹੀਆਂ ਨੇ ਤੇ ਇਹ ਪੰਜਾਬ 'ਚ ਬਦਲਾਅ ਜਿਹੜਾ ਲੈ ਕੇ ਆਉਣਗੀਆਂ। ਹੁਣ ਕੋਈ ਜ਼ਬਰਦਸਤੀ ਕਹੀ ਜਾਵੇ ਕਿ ਨਹੀਂ ਪੰਜਾਬ 'ਚ ਬਦਲਾਅ ਆ ਸਕਦਾ, ਅਸੀਂ ਇਹ ਐਵੇਂ ਮਾਰੀ ਜਾਂਦੇ ਨੇ, ਠੀਕ ਹੈ? ਸੋ ਉਹਨਾਂ ਦਾ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਆਪ ਉਹੋ ਜਿਹੇ ਕਰਮ ਕੀਤੇ ਆ ਤੇ ਉਹਨਾਂ ਨੂੰ ਪਤਾ ਹੀ ਹੈ ਕਿ ਅੱਗੇ ਕੀ ਆਉਣਾ, ਠੀਕ ਹੈ? ਸਾਡੇ ਪੇਰੈਂਟਸ ਨੇ ਕਿਰਤ ਕੀਤੀ ਆ, ਓਨੈਸਟੀ ਨਾਲ ਕੰਮ ਕੀਤਾ, ਇਮਾਨਦਾਰੀ ਨਾਲ ਕੀਤਾ, ਅਸੀਂ ਵੀ ਕਰ ਰਹੇ ਹਾਂ, ਅਸੀਂ ਅੱਗੋਂ 120 ਨੂੰ ਵੀ ਇਹੀ ਸਿਖਾ ਰਹੇ ਹਾਂ, ਠੀਕ ਹੈ? ਸੋ ਇਹ ਦੁਨੀਆ ਜਿਹੜੀ ਆ ਚੰਗਿਆਈ ਤੇ ਟਿਕੀ ਹੋਈ ਆ ਤੇ ਇਹ ਖੁਸ਼ੀ ਜਿਹੜੀ ਉਹ ਕੰਟੀਨਿਊ ਰਹਿਣੀ ਹੈ। ਸਾਰਿਆਂ ਨੇ ਰੋਈ ਨਹੀਂ। ਤੁਸੀਂ ਬਦਲਾਅ ਦੀ ਗੱਲ ਕੀਤੀ, ਸਿਆਸੀ ਬਦਲਾਅ ਵੀ ਵਿੱਚ ਹੀ ਆਉਂਦਾ ਤੇ। ਹਾਂ, ਸਿਆਸੀ ਬਦਲਾਅ ਦੇਖੋ ਹੁਣ ਕਿੱਦਾਂ ਦਾ ਆਉਂਦਾ ਹੈ। ਮੈਂ ਤੇ ਲੋਕ ਸਿਆਸਤ ਨਾਲ ਕਾਫੀ ਜੋੜ ਲੈਂਦੇ ਵੈਸੇ। ਨਹੀਂ, ਮੈਂ ਵੈਸੇ ਤੁਸੀਂ ਬਦਲਾਅ ਕਿਹਾ, ਸਾਡਾ ਤਾਂ ਜਦੋਂ ਕੰਮ ਆ ਤਾਂ ਕਿਤੇ ਨਾ ਕਿਤੇ ਲਿਆਉਣੀ ਚੀਜ਼। ਪਰ ਮੈਂ ਤੁਹਾਡੀਆਂ ਪੋਸਟਾਂ ਦੇਖੀਆਂ, ਤੁਸੀਂ ਭਗਵੰਤ ਮਾਨ ਜੀ ਨੂੰ ਵਧਾਈ ਦਿੱਤੀ ਵਿਆਹ ਦੀ, ਅਰਵਿੰਦ ਕੇਜਰੀਵਾਲ ਜੀ ਦਾ ਬਰਥਡੇ ਤੁਸੀਂ ਉਹਦੀ ਪੋਸਟ ਪਾਈ। ਲੋਕ ਇਸ ਚੀਜ਼ ਨਾਲ ਤੁਹਾਨੂੰ ਮਨਦੀਪ ਕੌਰ ਟਾਂਗਰਾ ਨੂੰ ਜੋੜ ਲੈਂਦੇ ਨੇ ਵੀ ਉਹਦਾ ਫੇਵਰ ਕਰਦੇ? ਨਹੀਂ, ਲੋਕ ਨਹੀਂ ਜੋੜਦੇ ਕਿਉਂਕਿ ਮੈਂ ਤੇ ਮੋਦੀ ਸਰ ਨੂੰ ਵੀ ਮਿਲ ਕੇ ਆਈ ਹਾਂ, ਰਾਈਟ? ਸੋ ਮੈਂ ਸਾਰਿਆਂ ਲਈ ਨਿਊਟਰਲ ਆ। ਦੇਖੋ, ਜਿਹੜਾ ਹੁਣ ਮੈਂ ਕੱਲ ਜਿਹੜੀ ਭਗਵੰਤ ਮਾਨ ਜੀ ਦੀ ਇੱਕ ਵੀਡੀਓ ਸ਼ੇਅਰ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਪੰਜਾਬ ਤੋਂ ਨਾ ਜਾਓ ਬਾਹਰ, ਹਨਾ? ਹੁਣ ਨਾ ਜਾਓ, ਮਤਲਬ ਜਿਹੜੇ ਚੱਲ ਗਏ ਉਹ ਤੇ ਚੱਲ ਗਏ। ਤੁਹਾਡੇ ਤੇ ਉਹਨਾਂ ਦਾ ਬਿਆਨ ਸੇਮ ਜਿਹਾ ਹੈ। ਹਾਂ, ਸੋ ਇਹੀ ਮੈਂ ਕਹਿ ਰਹੀ ਕਿ ਜਦੋਂ ਮੇਰਾ ਜਿਹੜਾ ਕੰਟੈਂਟ ਆ, ਮੇਰੀ ਸੋਚ
ਉਹ ਭਾਵੇਂ ਭਗਵੰਤ ਮਾਨ ਜੀ ਆ, ਭਾਵੇਂ ਅਰਵਿੰਦ ਕੇਜਰੀਵਾਲ ਆ, ਭਾਵੇਂ ਮੋਦੀ, ਭਾਵੇਂ ਕੋਈ ਵੀ ਹੋਏ, ਜਦੋਂ ਮੇਰਾ ਕੰਟੈਂਟ ਕਿਸੇ ਨਾਲ ਮੈਚ ਕਰੇਗਾ ਤੇ ਉਹਨੂੰ ਮੈਂ ਜ਼ਰੂਰ ਆਪਣੇ ਪੇਜ ਤੇ ਵੀ ਸ਼ੇਅਰ ਕਰਾਂਗੀ। ਤੇ ਇਹ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹੁੰਦੀ ਕਿ ਜਦੋਂ ਹਰ ਇੱਕ ਬੰਦੇ ਦੇ ਵਿੱਚ 8 ਹੋ ਸਕਦੇ ਔਗਣ ਹੋਣ ਤੇ 2 ਗੁਣ ਹੋਣ, ਤੇ ਜਦੋਂ ਅਸੀਂ 2 ਗੁਣ ਉਹਦੇ ਸ਼ੇਅਰ ਕਰਦੇ ਕਿ ਆਹ ਚੀਜ਼ ਮੈਨੂੰ ਵਧੀਆ ਲੱਗੀ, ਤੇ ਤੁਸੀਂ 8 ਬਾਰੇ ਗੱਲ ਕਰਨ ਲੱਗ ਪੈਂਦੇ ਜੇ ਕਿ ਇਹ ਔਗਣ ਦੀ ਤੈਨੂੰ ਨਹੀਂ ਪਤਾ, ਇਹ ਨਹੀਂ ਪਤਾ, ਉਹ ਨਹੀਂ ਪਤਾ। ਸੋ ਇਹ ਆਪਣੇ ਤੇ ਵੀ ਲਾਗੂ ਕਰੋ ਨਾ, ਠੀਕ ਹੈ। ਸੋ ਜਿਹਦੇ ਵਿੱਚ ਜੋ ਚੰਗਾ ਹੋਏਗਾ ਉਹ ਜਿਹੜਾ ਵਾ ਮੈਂ ਤੇ ਹਮੇਸ਼ਾ ਜਿਹੜਾ ਉਹ ਮੈਂ ਸ਼ੇਅਰ ਵੀ ਕਰਾਂਗੀ ਤੇ ਮੈਂ ਉਹਨੂੰ ਹਾਈਲਾਈਟ ਵੀ ਕਰਾਂਗੀ ਕਿ ਹਾਂਜੀ ਆਹ ਚੀਜ਼ ਮੈਨੂੰ ਵਧੀਆ ਲੱਗੀ। ਮਨਦੀਪ ਦੀ ਗੱਲ ਬਹੁਤ ਵਧੀਆ ਲੱਗ ਰਹੀ ਹੈ ਕਿ ਮਨਦੀਪ ਨੇ ਖਾਸ ਤੌਰ ਤੇ ਅਸੀਂ ਜਦੋਂ ਅਕਸਰ ਇਹ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਕੁੜੀਆਂ ਜਦੋਂ ਬਾਹਰ ਚਲੀਆਂ ਜਾਂਦੀਆਂ ਨੇ ਜਾਂ ਕਿਤੇ ਨਾ ਕਿਤੇ ਹੋਰ ਸੂਬੇ 'ਚ ਜੌਬ ਕਰਨ ਲੱਗ ਪੈਂਦੀਆਂ ਤੇ ਬੋਲੀ ਸਭ ਤੋਂ ਪਹਿਲਾਂ ਛੱਡਦੀਆਂ ਨੇ। ਇੰਗਲਿਸ਼ ਪ੍ਰਭਾਵ ਲਈ ਇਹ ਸ਼ਬਦ ਵਰਤਿਆ ਜਾਂਦਾ ਲੋਕਾਂ ਦੀ ਮਾਨਸਿਕਤਾ, ਜਾਂ ਹਿੰਦੀ। ਪੰਜਾਬੀ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ, ਪਰ ਮਨਦੀਪ ਪਿੰਡ 'ਚ ਰਹਿ ਕੇ ਮੈਨੂੰ ਲੱਗਦਾ ਠੇਠ ਪੰਜਾਬੀ ਵਾਲਾ ਸ਼ਬਦ ਉਵੇਂ ਨਾਲ ਵਰਤਦੇ ਨੇ। ਕੱਲ ਬੋਲੀ ਗੁਲਾਮੀ ਵਾਲਾ ਸਮਥਿੰਗ ਕੁਝ ਤੁਸੀਂ ਲਿਖਿਆ ਸੀ, ਮੈਨੂੰ ਯਾਦ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਬੋਲੀ ਨੂੰ ਲੈ ਕੇ ਲੋਕ ਗੁਲਾਮ ਹੋ ਰਹੇ ਨੇ, ਖਾਸ ਤੌਰ ਤੇ ਪੰਜਾਬ ਦੇ? ਹਾਂਜੀ, ਕਾਫੀ ਇਹਨੇ ਉੱਤੇ ਤਰਕ ਵੀ ਦਿੱਤਾ ਕਿ ਗੁਲਾਮ ਅਸੀਂ ਨਹੀਂ ਹੋ ਰਹੇ, ਕਿਉਂਕਿ ਸਾਡਾ ਪ੍ਰੋਫੈਸ਼ਨ ਹੈ ਕਿ ਪੰਜਾਬੀ ਟੂ ਇੰਗਲਿਸ਼ ਟ੍ਰਾਂਸਲੇਸ਼ਨ ਦਾ ਕੰਮ ਕਰਦੇ ਆ ਜਾਂ ਇਹ ਕਰਦੇ ਹੋ, ਇੱਕ ਵੱਖਰੀ ਚੀਜ਼ ਆ। ਗੁਲਾਮ ਮੈਂ ਆਪਣੀ ਖੁਦ ਦੀ ਘਟਨਾ ਦੱਸ ਦਿੰਦੀ ਕਿ ਮੈਂ ਕਾਫੀ ਵਾਰ ਦੂਸਰੇ ਕੰਟਰੀਜ਼ 'ਚ ਗਈ ਆ ਤੇ ਆਪਣੇ ਇੱਕ ਅਮਰੀਕਾ ਦੇ ਦੌਰੇ ਸਮੇਂ ਹਨਾ ਮੈਂ ਖੁਦ ਮਹਿਸੂਸ ਕੀਤਾ ਕਿ ਜਦੋਂ ਤੁਸੀਂ ਇੱਕ ਨਾਰਮਲ ਬ੍ਰੇਕਫਾਸਟ ਹੀ ਕਰਨਾ ਤੁਸੀਂ ਤਾਂ ਵੀ ਤੁਸੀਂ ਅਗਲੇ ਨੂੰ ਕਹਿ ਰਹੇ ਕਿ ਇੰਗਲਿਸ਼ ਦੇ ਵਿੱਚ ਕਿ ਮੈਂ ਆਹ ਖਾਣਾ ਹਨਾ। ਤੁਸੀਂ ਕਿਸੇ ਨਾਲ ਘੁੰਮਣ ਚਲ ਗਏ, ਸਮਝੋ ਤੁਹਾਡੇ ਹਨਾ ਉੱਥੇ ਫਰੈਂਡਸ ਵੀ ਤੁਹਾਡੇ ਅੰਗਰੇਜ਼ ਦੂਜੇ ਰਲੇ ਮਿਲੇ ਹੋਣਗੇ। ਹੁਣ ਤੁਸੀਂ ਇੰਜੋਏ ਕਰਨ ਗਏ ਜੇ ਆਪਣੀ ਈਵਨਿੰਗ ਕਿ ਬਈ ਅੱਜ ਅਸੀਂ ਆ $500 ਦੀ $1000 ਦੀ ਬੁਕਿੰਗ ਕੀਤੀ ਤੇ ਅੱਜ ਅਸੀਂ ਉੱਥੇ ਇੰਜੋਏ ਕਰਨਾ। ਬਿਲਕੁਲ। ਤੇ ਗਾਣੇ ਤੁਸੀਂ ਇੰਗਲਿਸ਼ ਸੁਣ ਰਹੇ ਜੇ ਕਿਉਂਕਿ ਤੁਹਾਡੇ ਨਾਲ ਅੰਗਰੇਜ਼ ਬੈਠੇ ਆ ਹਨਾ। ਤਾਂ ਮੈਨੂੰ ਤੇ ਲੱਗਾ ਕਿ ਮੈਂ ਬੋਲੀ ਦੀ ਗੁਲਾਮ ਆ। ਹੁਣ ਲੋਕ ਕਹਿ ਰਹੇ ਕਿ ਨਹੀਂ ਇਦਾਂ ਫੀਲ ਹੁੰਦਾ, ਇਹ ਤੁਹਾਡੀ ਸੋਚ ਆ ਹਨਾ। ਪਰ ਮੈਨੂੰ ਜਿਹੜੀ ਕਿ ਮੈਂ ਆਪਣੀ ਸਾਰੀ ਉਮਰ ਹੀ ਪੰਜਾਬ 'ਚ ਗੁਜ਼ਾਰੀ, ਹੋ ਸਕਦਾ ਉਹਨਾਂ ਨੇ ਥੋੜੀ ਗੁਜ਼ਾਰੀ ਹੋਵੇ ਪੰਜਾਬ 'ਚ, ਠੀਕ ਆ। ਸੋ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਮੈਂ ਕਿਤੇ ਦੂਜੀ ਜਗ੍ਹਾ ਜਾਂਦੀ ਆ, ਸਪੋਜ਼ ਮੈਂ ਦੁਬਈ ਗਈ ਸੀ ਪਿਛਲੀ ਵਾਰ ਹਨਾ, ਜਦੋਂ ਕੋਈ ਤੁਹਾਡੇ ਲਾਗੇ ਬੈਠਾ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ, ਠੀਕ ਹੈ, ਤੇ ਤੁਸੀਂ ਆਪਣੇ ਆਪ ਨੂੰ ਅਣਜਾਣ ਹੀ ਫੀਲ ਕਰੋਗੇ। ਪੁਲਿਸ ਵਾਲਾ ਤੁਹਾਨੂੰ ਫੜ ਲੇ, ਤੁਹਾਨੂੰ ਪਤਾ ਨਾ ਲੱਗੇ ਮੈਂ ਕਿੱਦਾਂ। ਹੁਣ ਮੈਨੂੰ ਤੇ ਇੰਗਲਿਸ਼ ਆਉਂਦੀ ਆ, ਜਿਹੜੇ ਪੰਜਾਬੀ ਨੂੰ ਇੰਗਲਿਸ਼ ਆਉਂਦੀ ਨਹੀਂ ਉਹ ਕਿੰਨਾ ਗੁਲਾਮ ਮਹਿਸੂਸ ਕਰਦਾ ਹੋਏਗਾ। ਅਸੀਂ ਸੋ ਹਰ ਮੇਰੇ ਲੇਖ ਨੂੰ ਆਪਣੇ ਦਿਲ ਤੇ ਨਾ ਲੈ ਲਿਆ ਕਰੋ। ਮੈਂ ਇੱਕ ਪਰਟੀਕੂਲਰ ਕਮਿਊਨਿਟੀ ਦੀ, ਪਰਟੀਕੂਲਰ ਇੱਕ ਸੈਟ ਆਫ ਪੀਪਲ ਦੀ ਉਦੋਂ ਮੈਂ ਗੱਲ ਕਰ ਰਹੀ ਹੁੰਦੀ ਹਾਂ। ਮੈਂ ਹਰ ਗੱਲ ਸਾਰਿਆਂ ਨੂੰ ਨਹੀਂ ਕਹਿ ਰਹੀ ਹੁੰਦੀ, ਕਿਉਂਕਿ ਹਰ ਗੱਲ ਸਾਰਿਆਂ ਤੇ ਲਾਗੂ ਵੀ ਨਹੀਂ ਹੋਣੀ। ਉਹ ਕਿਤੇ ਨਾ ਕਿਤੇ ਲੋਕ ਥੋੜਾ ਜਿਹਾ ਨਿੱਜੀ ਤੌਰ ਤੇ ਲੈ ਜਾਂਦੇ ਨੇ। ਪਰ ਨਹੀਂ, ਇਹ ਵਾਕਈ ਕਿਤੇ ਨਾ ਕਿਤੇ ਹੈ। ਅਸੀਂ ਭਾਸ਼ਾ ਨੂੰ ਮਾਧਿਅਮ ਤਾਂ ਜ਼ਰੂਰ ਸਮਝਦੇ ਹਾਂ, ਪਰ ਉਸ ਨੂੰ ਅਸੀਂ ਸਟੇਟਸ ਨਾ ਸਮਝੀਏ। ਮਤਲਬ ਕੁਝ ਲੋਕ ਸਟੇਟਸ ਸਮਝ ਕੇ ਭਾਸ਼ਾ ਨੂੰ ਬੋਲਦੇ ਆ। ਪੰਜਾਬੀ ਜਿੰਨੀ ਮਿੱਠੀ ਜ਼ੁਬਾਨ, ਪੰਜਾਬੀ ਜਿੰਨੀ ਲੱਜਤ ਭਰੀ ਜ਼ੁਬਾਨ ਮੈਨੂੰ ਲੱਗਦਾ ਕੋਈ ਹੈ ਨਹੀਂ ਗੀ। ਜਿੰਨਾ ਕੁਝ ਪੰਜਾਬੀ ਦੇ ਵਿੱਚ ਆ, ਸ਼ਬਦ ਤੁਹਾਨੂੰ ਮਿਲ ਜਾਂਦੇ ਨੇ, ਜਿੰਨਾ ਮਖੌਲ ਪੰਜਾਬੀ 'ਚ ਮਿਲਦਾ ਉਹ ਇੰਗਲਿਸ਼ 'ਚ ਨਹੀਂ ਮਿਲਦਾ ਤੁਹਾਨੂੰ। ਤੇ ਜਿੰਨਾ ਜੋਸ਼ ਦੇਖੋ, ਹੁਣ ਜੋਸ਼ ਕਿੱਥੋਂ ਪੈਦਾ ਹੁੰਦਾ ਜੇ ਤੁਸੀਂ ਆਪਣੀ ਭਾਸ਼ਾ ਹੀ ਨਹੀਂ ਬੋਲ ਰਹੇ, ਤੇ ਜੋਸ਼ ਕਿੱਥੋਂ ਪੈਦਾ ਹੋਏਗਾ? ਅਸੀਂ ਵੇਖੋ ਹੁਣ ਕਹਿੰਦੇ ਕਿ ਮਨਦੀਪ ਤੂੰ ਇੰਨਾ ਰਿਸਕ ਲੈ ਲਿਆ, ਕਰੋੜਾਂ ਦੇ ਲੋਨ ਲੈ ਲਏ ਆਪਣੀ EMPLOYEES ਨੂੰ ਸੈਲਰੀ ਦੇਣ ਲਈ ਕੋਵਿਡ ਦੇ ਵਿੱਚ, ਠੀਕ ਹੈ, ਤੇ ਤੁਸੀਂ ਇੱਕ ਵਾਰੀ ਨਹੀਂ ਸੋਚਿਆ, ਠੀਕ ਹੈ। ਤੇ ਮੈਂ ਉਦੋਂ ਕਹਿੰਦੀ ਕਿ ਵੇਖੀ ਜਾਊਗੀ। ਹੁਣ ਇੰਗਲਿਸ਼ 'ਚ ਮੈਂ ਕਿਵੇਂ ਕਹਾਂ ਵੇਖੀ ਜਾਊਗੀ? ਲੈਟਸ ਸੀ। ਉਹ ਸਵਾਦ ਨਹੀਂ ਆਉਂਦਾ, ਉਹ ਸਵਾਦ ਨਹੀਂ ਆਉਂਦਾ। ਵੇਖੀ ਜਾਊਗੀ, ਦੇਖ ਲਾਂਗੇ, ਕਰ ਲਾਂਗੇ ਤੇ ਤੈਨੂੰ ਦੱਸ ਦਾਂਗੇ ਪਤਾ, ਠੀਕ ਹੈ ਨਾ। ਸੋ ਇੰਗਲਿਸ਼ 'ਚ ਨਹੀਂ ਹੋ ਸਕਦਾ। ਸੋ ਆਪਣੀ ਭਾਸ਼ਾ ਜਿਹੜੀ ਆ ਉਹਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਜ਼ਰੂਰਤ ਹੈ, ਕਿਉਂਕਿ ਅਸੀਂ ਬਲੈਸਡ ਆ ਕਿ ਸਾਡੀ ਭਾਸ਼ਾ 'ਚ ਜੋਸ਼ ਹੈ। ਬਿਲਕੁਲ, ਠੀਕ ਹੈ। ਅਦਬ ਹੈ ਇੱਕ ਡਿਫਰੈਂਟ ਚੀਜ਼ ਆ। ਸਾਡੇ ਕੋਲ ਵਰਡਸ ਹੀ ਇੰਨੇ ਆ ਕਿ ਜਿੱਦਾਂ ਨੂੰ ਮਰਜ਼ੀ ਲੈ ਜਾਓ। ਮਨਦੀਪ, ਮੈਂ ਨਾ ਛੋਟੇ ਹੁੰਦੇ ਇੱਕ, ਸ਼ਾਇਦ ਤੁਸੀਂ ਵੀ ਚੈਪਟਰ ਪੜ੍ਹਿਆ ਹੋਵੇ ਪੰਜਾਬੀ ਦਾ, ਮੇਰੇ ਖਿਆਲ 6ਵੀਂ 7ਵੀਂ ਕਲਾਸ 'ਚ ਹੁੰਦਾ ਸੀ, ਹੱਸਣਾ ਤੇ ਕੂਕਣਾ। ਉਹ 'ਚ ਕਾਜੜੀ ਹੁੰਦਾ ਸੀ, ਉਹਨੂੰ ਆਪਦੇ ਹੱਸਣ ਤੇ ਕੂਕਣ ਤੇ ਬੜਾ ਮਾਣ ਹੁੰਦਾ ਸੀ। ਉਹ ਕਹਿੰਦਾ ਸੀ ਮੈਨੂੰ ਰੱਬ ਨੇ ਬੋਲੀ ਦਿੱਤੀ ਆ, ਹੱਸਣ ਵਾਸਤੇ ਜਜ਼ਬਾ ਦਿੱਤਾ, ਮੈਂ ਹੱਸ ਰਿਹਾ, ਮੈਂ ਉੱਚੀ ਉੱਚੀ ਬੋਲ ਰਿਹਾ। ਪਰ ਲੋਕ ਉਹਨੂੰ ਕੁਝ ਲੋਕ ਅਨਪੜ੍ਹ ਜਾਂ ਗਵਾਰ ਕਹਿੰਦੇ ਸੀ। ਪਰ ਅੱਜ ਕੱਲ੍ਹ ਦੇ ਸਿਸਟਮ 'ਚ ਜਦੋਂ ਕੋਈ ਬੰਦਾ ਖੁੱਲ੍ਹ ਕੇ ਹੱਸਦਾ ਉਹਨੂੰ ਵਾਕਈ ਅਨਪੜ੍ਹ ਗਵਾਰ ਮੰਨਿਆ ਜਾਂਦਾ। ਖਾਸ ਤੌਰ ਤੇ ਜਦੋਂ ਤੁਸੀਂ ਕਿਸੇ ਵੱਡੀ ਕਮਿਊਨਿਟੀ ਦੀ ਪਾਰਟੀ 'ਚ ਬੈਠੇ ਹੋ। ਇਹੋ ਜਿਹੀ ਚੀਜ਼ ਹੋਈ ਹੈ ਮਨਦੀਪ ਦੇ ਨਾਲ ਕਦੇ? ਏਦਾਂ ਦਾ ਲੱਗਦਾ ਵੀ ਚੀਜ਼ ਹੋਣੀ ਚਾਹੀਦੀ ਹੈ? ਨਹੀਂ, ਮੈਂ ਤਾਂ ਕਹਿੰਦੀ ਖੁੱਲ ਕੇ ਜੀਓ, ਜੀ ਕਰਦਾ ਹੱਸਣ ਨੂੰ ਤੇ ਹੱਸੋ। ਖੁੱਲ ਕੇ ਹੱਸਣ ਲਈ ਸਵੇਰੇ ਕਸਰਤ ਕਰਨੀ ਪੈਂਦੀ ਹੈ। ਜੋ ਦਿਲ ਕਰਦਾ ਉਹ ਕਰੋ। ਦੇਖੋ
ਜ਼ਿੰਦਗੀ ਪਤਾ ਨਹੀਂ ਕਿ ਕੱਲ ਹੈ ਕਿ ਨਹੀਂ, ਹੁਣੇ ਹੈ ਕਿ ਨਹੀਂ, ਅਗਲੇ ਪਲ ਕੀ ਹੋਣਾ ਤੁਹਾਨੂੰ ਨਹੀਂ ਪਤਾ। ਸੋ ਪਲੀਜ਼ ਦੂਜਿਆਂ ਦੀ ਜ਼ਿੰਦਗੀ ਜਿਹੜੀ ਉਹ ਜੀਣਾ ਬੰਦ ਕਰੋ। ਮੈਂ ਤੇ ਆਜ਼ਾਦੀ ਤੇ ਵੀ ਇੱਕੋ ਲਾਈਨ ਲਿਖੀ ਆ ਕਿ ਦੂਜੇ ਮੇਰੇ ਬਾਰੇ ਕੀ ਕਹਿ ਰਹੇ ਇਸ ਸੋਚ ਤੋਂ ਆਜ਼ਾਦ ਹੋ। ਠੀਕ ਹੈ ਨਾ, ਇੱਕ ਕੁੜੀ ਹੋ ਕੇ ਮੈਂ ਇਸ ਸੋਚ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ, ਤੇ ਤੁਸੀਂ ਕਿਉਂ ਨਹੀਂ ਕਰ ਸਕਦੇ? ਬਹੁਤ ਹੋ ਗਿਆ ਨਾ, ਇੰਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਸਟ੍ਰੈਸ ਦਿੱਤਾ ਹੋਇਆ ਕਿ ਹਾਏ ਉਹ ਕੀ ਸੋਚੇਗਾ, ਆ ਕੀ ਸੋਚੇਗਾ। ਇਹ ਚੀਜ਼ ਸਾਨੂੰ ਛੱਡਣੀ ਪਏਗੀ, ਪਰ ਇਸ ਤੋਂ ਪਹਿਲਾਂ ਸਾਨੂੰ ਜਿਹੜੀ ਸਾਡੀ ਗ੍ਰੀਡੀਨੈਸ ਛੱਡਣੀ ਪਏਗੀ ਕਿ ਸਾਡਾ ਨਾ ਇਹ ਕੰਮ ਹੋ ਜੇ ਜਾਂ ਇਹਦੇ ਨਾਲ ਮਿਲ ਕੇ ਮੇਰਾ ਫਾਇਦਾ ਹੋ ਜਾਏ। ਜਦੋਂ ਅਸੀਂ ਨਿਰਸਵਾਰਥ ਹੋ ਜਾਾਂਗੇ ਨਾ, ਉਦੋਂ ਅਸੀਂ ਆਪਣੀ ਜ਼ਿੰਦਗੀ ਖੋਲ ਕੇ ਜੀ ਸਕਦੇ ਹਾਂ। ਸੋ ਇਸ ਕਰਕੇ ਥੋੜਾ ਖਾ ਲਓ, ਪਰ ਇਹ ਕਿ ਗੁਲਾਮ ਜਿਹੜੇ ਤੁਸੀਂ ਨਾ ਹੋ। ਪ੍ਰੋਫਿਟ ਲਾਸ ਵਾਲਾ ਕੰਮ ਨਾ ਛੱਡ ਦੇਣਾ ਚਾਹੀਦਾ, ਕਿਉਂਕਿ ਜੋ ਮਾਲਕ ਹੱਥਾ ਹੋ ਕੇ ਰਹਿਣਾ, ਕਿਉਂਕਿ ਉਹਦੇ ਚ ਵੀ ਸਾਡਾ ਹੀ ਲਾਸ ਆ, ਅਗਲਾ ਆਪਣਾ ਹੀ ਪ੍ਰੋਫਿਟ ਸੋਚੇਗਾ। ਬਿਲਕੁਲ ਬਿਲਕੁਲ। ਉਹਦੇ ਵਿੱਚ ਤੁਸੀਂ ਵੈਸੇ ਜੇ ਚਿੰਤਾ ਕਰਦੇ ਹੋ, ਸ਼ੂਗਰ ਪਹਿਲਾਂ ਹੁੰਦੀ ਹੈ ਬੰਦੇ ਨੂੰ, ਬੀਪੀ ਦੀ ਗੋਲੀ ਪਹਿਲਾਂ ਲੈਣੀ ਪੈਂਦੀ ਆ। ਅੱਛਾ ਮਨਦੀਪ, ਤੁਸੀਂ ਹੁਣੇ ਗੱਲ ਕੀਤੀ ਕਿ ਕਰੋੜਾਂ ਦਾ ਲੋਨ ਲੈ ਲਿਆ, ਡਰ ਨਹੀਂ ਲੱਗਿਆ? ਵੈਸੇ ਕਿਤੇ ਨਾ ਕਿਤੇ ਚਿੰਤਾ ਮਨ ਚ ਆਈ ਹੋਵੇ? ਨਹੀਂ, ਡਰ ਬਹੁਤ ਲੱਗਾ। ਕਈ ਵਾਰੀ ਲੱਗਦਾ ਡਿਸੀਜਨ ਮੇਰਾ ਥੋੜਾ ਗਲਤ ਵੀ ਹੋ ਗਿਆ, ਇਦਾਂ ਲੱਗਦਾ ਮੈਨੂੰ। ਬਟ ਮੇਰੀ ਟੀਮ ਬਹੁਤ ਅੱਛੀ ਆ। ਮੈਂ ਹਮੇਸ਼ਾ ਕਹਿੰਦੀ ਕਿ ਮੇਰੀ ਟੀਮ ਐਸੀ ਟੀਮ ਆ ਕਿ ਮੈਂ ਨਹੀਂ ਵੀ ਹੋਵਾਂਗੀ ਤੇ ਕੰਪਨੀ ਨਹੀਂ ਬੰਦ ਹੋ ਸਕਦੀ। ਇੰਨਾ ਜ਼ਿਆਦਾ ਅਸੀਂ ਜੜਾਂ ਤੋਂ ਸਟਰੋਂਗ ਹੋ ਚੁੱਕੇ ਆ ਕਿ ਜਿਹੜੀ ਟੀਮ ਆ ਉਹ ਸਮਝੋ ਕਿ ਕਈ ਤੇ ਪਰਿਵਾਰ ਹੀ ਜੁੜ ਗਏ ਸਾਡੇ ਨਾਲ। ਠੀਕ ਹੈ, ਸੋ ਬੱਚੇ ਇੰਨੀ ਮਿਹਨਤ ਕਰ ਰਹੇ ਨੇ ਕਿ ਡਰ ਨਹੀਂ ਲੱਗਦਾ। ਬਾਕੀ ਔਖਾ ਸੌਖਾ ਸਮਾਂ ਆਉਂਦਾ ਹੀ ਹੈ, ਤੇ ਜੇ ਮੈਂ ਦੇ ਵੀ ਦਿੱਤਾ ਲੋਨ ਲੈ ਕੇ ਆਪਣੇ EMPLOYEES ਨੂੰ ਸੈਲਰੀਜ਼ ਦੇਤੀਆਂ ਤੇ ਉਹ ਘਰੇ ਗਈਆਂ। ਮੈਂ ਬਹੁਤ ਸਾਰੇ ਘਰ ਚੱਲਦੇ ਆ। ਹਾਂ, ਮੈਂ ਦੱਸਦੀ ਕਿ ਮੇਰੇ ਘਰ ਹੀ ਗਈਆਂ ਨੇ, ਮੈਂ ਆਪਣੀ ਫੈਮਿਲੀ ਲਈ ਵੀ ਤੇ ਲੈਂਦੀ ਨਾ ਲੋਨ। ਸੋ ਮੈਂ ਇਹ ਕੰਪਨੀ ਜਿਹੜੀ ਪੂਰੀ ਇੱਕ ਫੈਮਿਲੀ ਤਰ੍ਹਾਂ ਚਲਾਉਂਦੀ ਆ। ਤੇ ਕਈ ਵਾਰੀ ਇਹ ਨਹੀਂ ਕਿ ਮੈਂ ਹੀ ਕੰਪਨੀ 'ਚ ਕੁਝ ਕਰ ਰਹੀ, ਮੇਰੇ EMPLOYEES ਵੀ ਬੜਾ ਕੁਝ ਕਰਦੇ ਨੇ। ਠੀਕ ਹੈ, ਸੋ ਇਹੋ ਜਿਹੇ ਵੀ ਕਈ ਹੈਗੇ ਨੇ ਕਿ ਜਦੋਂ ਮੇਰੇ ਕੋਲ ਮੈਨੂੰ 50,000 ਦੀ ਲੋੜ ਆ ਤੇ ਆਪੇ ਅਕਾਊਂਟ 'ਚ ਵੀ ਪਾ ਦਿੰਦੇ ਨੇ। ਠੀਕ ਹੈ, ਸੋ ਬਹੁਤ ਹੀ ਖੁਦ ਦੀ ਕੰਪਨੀ ਸਮਝ ਕੇ ਕੰਮ ਕਰਦੇ ਨੇ। ਤੇ ਕੰਪਨੀ ਦੀ ਓਨਰ ਸਿਰਫ ਮੈਂ ਨਹੀਂ ਆ, ਮੈਂ ਆਪਣੇ 6 EMPLOYEES ਨੂੰ ਵੀ ਕੰਪਨੀ ਦੇ ਓਨਰ ਬਣਾਇਆ, ਉਹਨਾਂ ਨੂੰ ਵੀ ਕੰਪਨੀ 'ਚ ਪਰਸੈਂਟੇਜ ਦਿੱਤਾ, ਤੇ ਅੱਗੋਂ ਵੀ ਮੇਰੀ ਕੰਪਨੀ 'ਚ ਜਿਹੜੇ ਅੱਛੇ EMPLOYEES ਹੋਣਗੇ। ਤੇ ਮੇਰਾ ਇਰਾਦਾ ਹੈ ਕਿ ਮੈਂ ਘੱਟੋ ਘੱਟ 30-40 EMPLOYEES ਨਾਲ ਆਪਣੀ ਕੰਪਨੀ ਜਿਹੜੀ ਉਹ ਸ਼ੇਅਰ ਕਰਾਂ ਕਿ ਮੇਰੀ ਕੰਪਨੀ ਜਿਹੜੀ ਉਹਦੀ ਨੀਂਹ ਜਿਹੜੀ ਬੜੀ ਸਟਰੋਂਗ ਰਹੇ, ਉਹਨਾਂ ਨੂੰ ਲੱਗੇ ਕਿ ਮੇਰੀ ਕੰਪਨੀ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਸੀ, ਗੱਲਬਾਤ ਕੀ ਹੋਈ ਫਿਰ? ਗੱਲਬਾਤ ਬਸ ਮੈਂ ਆਪਣੇ ਬਿਜ਼ਨਸ ਬਾਰੇ ਦੱਸਿਆ ਐਂਡ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਦੁਬਾਰਾ ਦੱਸੋ। ਮੈਨੂੰ ਲੱਗਾ ਕਿ ਹਾਂ ਉਹਨਾਂ ਨੂੰ ਅਟਰੈਕਟਿਵ ਲੱਗੀ ਮੇਰੀ ਗੱਲ ਕਿ ਜੋ ਮੈਂ ਗੱਲ ਕੀਤੀ ਆ। ਸੋ ਥੋੜੀ ਜੀ ਗੱਲ ਹੋਈ ਮੇਰੀ 2-3 ਮਿੰਟ ਦੀ, ਬਸ ਆਈ ਜਸਟ ਐਕਸਪਲੇਨ ਕਿ ਮੇਰਾ ਬਿਜ਼ਨਸ ਕੀ ਆ, ਬਸ ਇਹੀ ਦੱਸਿਆ। ਕੋਈ ਉਸ ਤੋਂ ਬਾਅਦ ਕੋਈ ਉਹਨਾਂ ਦਾ ਰਿਐਕਸ਼ਨ ਨਹੀਂ? ਪ੍ਰਤੀਕਰਮ ਉਹਨਾਂ ਦਾ ਰਿਐਕਸ਼ਨ ਤੇ ਬਹੁਤ ਅੱਛਾ ਸੀ ਕਿ ਅੱਛਾ ਕਰ ਰਹੇ ਆ। ਆਪਣੀ ਟੀਮ ਨੂੰ ਵੀ ਉਹਨਾਂ ਨੇ ਦੱਸਿਆ, ਬਟ ਇਹ ਕਿ ਉਸ ਤੋਂ ਬਾਅਦ ਕੋਈ ਗੱਲ ਜਿਹੜੀ ਆ ਉਹ ਨਹੀਂ ਹੋਈ। ਇਹ ਮਲਾਲ ਆ ਦੇ ਵਿੱਚ ਵੈਸ ਨਾ ਮੈਨੂੰ ਆਸ ਨਹੀਂ। ਅੱਛਾ, ਆਸ ਵੀ ਨਹੀਂ। ਮੈਂ ਤੁਹਾਨੂੰ ਇਹ ਕਹਿ ਰਹੀ ਕਿ ਨਾ, ਜੇ ਮੈਂ ਅੱਛਾ ਕੰਮ ਕਰ ਰਹੀ ਆ, ਠੀਕ ਹੈ, ਜੇ ਤੁਹਾਨੂੰ ਸੱਚੀ ਲੱਗਦਾ ਦਿਲੋਂ, ਤੁਹਾਡੀ ਰੂਹ ਕਹਿੰਦੀ ਆ, ਜਾਂ ਤੁਹਾਨੂੰ ਲੱਗਦਾ ਕਿ ਮਨਦੀਪ ਅੱਛਾ ਕੰਮ ਕਰ ਰਹੀ ਆ, ਇਹ 120 ਬੱਚੇ ਪਿੰਡ ਵਿੱਚ ਰਹਿ ਕੇ, ਜਿੱਥੇ ਇੰਟਰਨੈਟ ਨਹੀਂ ਸੀ ਹੁੰਦਾ, ਠੀਕ ਹੈ, ਜਿੱਥੇ ਸਾਨੂੰ ਬੱਸਾਂ ਲਾਣੀਆਂ ਪਈਆਂ ਬੰਦੇ ਇੱਥੇ ਲਿਆਉਣ ਵਾਸਤੇ, ਇਸ ਨੂੰ ਹੋਰ ਵਧੀਆ ਕਰਨ ਲਈ। ਸੋ ਇੱਥੇ ਜੇ ਮਨਦੀਪ ਅੱਛਾ ਕੰਮ ਕਰ ਰਹੀ ਹੈ, 120 ਫੈਮਲੀਜ਼ ਅਸੀਂ ਚਲਾ ਰਹੇ ਹਾਂ, ਤੇ ਫੇਰ ਹੀ ਤੁਸੀਂ ਸਾਡਾ ਹੱਥ ਫੜਿਓ। ਅਦਰਵਾਈਜ਼ ਠੀਕ ਆ, ਜੇ ਨਹੀਂ ਕਰ ਰਹੇ ਤੇ ਠੀਕ ਆ। ਮੈਂ ਤਾਂ ਹਜੇ ਤੱਕ ਇਹੀ ਮੰਨ ਰਹੀ ਕਿ ਮੈਂ ਉਹਨਾਂ ਅੱਛਾ ਕੰਮ ਨਹੀਂ ਕਰ ਰਹੀ ਕਿ ਕੋਈ ਉੱਠ ਕੇ ਜਿਹੜਾ ਵਾ ਉਹ ਅਜੇ ਸਾਡੀ ਕੰਪਨੀ ਨੂੰ ਜਿਹੜੀ ਐਕਚੁਅਲ 'ਚ ਮਦਦ ਚਾਹੀਦੀ ਆ, ਉਹ ਸਾਡੀ ਮਦਦ ਜਿਹੜੀ ਆ ਉਹ ਕਦੀ ਵੀ ਨਹੀਂ ਹੋਈ। ਪਤਾ ਨਹੀਂ ਕਿਹੜੀਆਂ ਪਾਲਿਸੀਜ਼ ਆ, ਸਟਾਰਟਅਪ ਪਾਲਿਸੀ 2 ਕਰੋੜ ਦੀ ਵੂਮਨ ਵਾਸਤੇ ਆ ਜੀ, ਕੋਲੈਟਰਲ ਫ੍ਰੀ, ਠੀਕ ਹੈ, ਕੋਈ CGT MSC ਸਕੀਮ ਆ ਜੀ, ਕੋਈ ਕੁਛ ਆ ਜੀ, ਕੋਈ ਕੁਛ ਆ ਜੀ। ਮੈਨੂੰ ਤੇ ਕੁਛ ਨਹੀਂ ਮਿਲਿਆ। ਮੈਨੂੰ ਤੇ ਪਿੰਡ 'ਚ IT ਕੰਪਨੀ ਹੋਣ ਕਰਕੇ ਤਾਂ ਨਹੀਂ ਕਿਤੇ ਦਿੱਕਤ ਇਹ? ਹਾਂ ਬਿਲਕੁਲ। ਉਹਨਾਂ ਜਦੋਂ ਪਿੰਡ 'ਚ ਕਦੀ IT ਕੰਪਨੀ ਬਣੀ ਨਹੀਂ ਤੇ ਪਾਲਿਸੀ ਕਿੱਥੋਂ ਬਣੀ ਹੋਣੀ? ਉਹਦੇ ਵਾਸਤੇ ਪਾਲਿਸੀ ਬਣਾਣੀ ਪਵੇਗੀ ਨਾ। ਬੁਨਿਆਦੀ ਢਾਂਚਾ ਹੈ ਨਹੀਂ ਉਹ ਜਿਹਾ। ਹਾਂ, ਨਹੀਂ ਹੈ। ਪਰ ਤੁਹਾਨੂੰ ਤਾਂ ਰੋਡ ਲੱਗਦੀ, ਹਾਈਵੇ ਲੱਗਦਾ, ਜਾਂ ਫਿਰ ਕੀ ਦਿੱਕਤ ਹੈ? ਨਹੀਂ, ਜਦੋਂ ਅਸੀਂ 24 ਕਿਲੋਮੀਟਰ ਜਾਂ 20 ਕਿਲੋਮੀਟਰ ਤੋਂ ਪਰੇ ਚੱਲ ਜਾਂਦੇ ਆ ਤੇ ਉਹ ਸਾਰਾ ਢਾਂਚਾ ਜਿਹੜਾ ਬਦਲ ਜਾਂਦਾ, ਭਾਵੇਂ ਤੁਸੀਂ ਮੇਨ ਤੇ ਹੀ ਹੋ। ਠੀਕ ਹੈ, ਜੇ ਮੇਰੇ ਕੋਲ ਵਧੀਆ ਇੰਟਰਨੈਟ ਫੈਸਿਲਿਟੀ ਹੁੰਦੀ, ਹੋ ਸਕਦਾ ਮੈਂ ਬਿਲਕੁਲ ਘਰਾਂ ਦੇ ਵਿੱਚ ਜਾ ਕੇ ਕੰਪਨੀ ਖੋਲਦੀ। ਠੀਕ ਹੈ, ਸੋ ਮੈਨੂੰ ਵੀ ਕਈ ਚੀਜ਼ਾਂ ਕੰਸੀਡਰ ਕਰਦੇ ਹੋਏ ਜਿਹੜਾ ਵਾ ਹਾਈਵੇ ਤੇ ਹੀ ਮੈਂ ਆਪਣੇ ਸਾਰੇ ਆਫਿਸ ਜਿਹੜੇ ਬਣਾਏ ਆ, ਕਿਉਂਕਿ ਆਬਵੀਅਸਲੀ ਕਸਟਮਰ ਤੇ ਹਾਈਵੇ ਦੇ ਪਿੰਡ ਵੀ ਤੇ ਪਿੰਡ ਹੀ ਆ। ਬਿਲਕੁਲ, ਹਾਈਵੇ ਦੇ ਪਿੰਡ ਤਾਂ ਬਿਲਕੁਲ। ਹਾਈਵੇ ਮਤਲਬ ਇਸ ਟਾਈਮ ਸਭ ਤੋਂ ਪਹਿਲਾਂ ਸੜਕੀ ਮਾਰਗ ਦੇਖਿਆ ਜਾਂਦਾ ਹੈ, ਵਾਹਨ ਕੀ ਆ, ਕਨਵੈਂਸ ਕੀ ਰਹੂਗਾ, ਇਹ ਚੀਜ਼ਾਂ ਬੱਚਿਆਂ ਨੇ ਨਹੀਂ ਦੂਰੋਂ ਆਣਾ ਹੈ, ਬੱਸ ਆਣੀ ਆ, ਸੋ ਕਈ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ। ਮਨਦੀਪ, ਤੁਹਾਡੀ ਜਰਨੀ, ਤੁਹਾਡਾ ਅੰਦਾਜ਼ ਜਿਹੜਾ ਕਿ ਬਹੁਤ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਆ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ। ਤੇ ਪਰ ਉਸ ਤੋਂ ਬਾਅਦ ਵੀ ਜਿਹੜਾ ਬ੍ਰੇਨ ਡਰੇਨ ਅਸੀਂ ਗੱਲ ਕਰਦੇ ਹਾਂ, ਸਾਡਾ ਨੌਜਵਾਨਾਂ ਦਾ ਮਤਲਬ ਸਭ ਤੋਂ ਤੇਜ਼ ਦਿਮਾਗ
ਇੱਥੋਂ ਵਿਦੇਸ਼ ਜਾਂਦਾ ਤੇ ਖਾਸ ਤੌਰ ਤੇ ਪੰਜਾਬ ਵਾਲਾ ਦਿਮਾਗ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਹੋਰਨਾਂ ਸੂਬਿਆਂ 'ਚ ਜਾਂਦਾ, ਉਹ ਕਿਤੇ ਨਾ ਕਿਤੇ ਤਰਾਸਦੀ ਹੈ ਸਾਨੂੰ ਪੰਜਾਬ 'ਚ ਕਿਉਂ ਅਸੀਂ ਇਹ ਚੀਜ਼ ਨੂੰ ਰੋਕ ਸਕਦੇ? ਕਿਉਂਕਿ ਇਹ ਪੀੜ੍ਹੀਆਂ ਤੇ ਪਹੁੰਚ ਚੁੱਕੀ ਆ। ਕਿਸੇ ਬਾਬੇ ਨੇ ਵੀ ਡੇਰਾ ਖੋਲ ਲਿਆ ਹੋਵੇ ਨਾ, ਤੇ ਜਦੋਂ ਪੀੜ੍ਹੀਆਂ ਤੇ ਪਹੁੰਚ ਜੇ ਨਾ, ਫਿਰ ਉਹਨੂੰ ਰੋਕਣਾ ਮੁਸ਼ਕਲ ਹੈ। ਠੀਕ ਹੈ ਨਾ, ਉਹ ਹੁਣ ਪਹਿਲਾ ਪਰਿਵਾਰ ਜਾ ਚੁੱਕੇ ਨੇ, ਅੱਗੇ ਉਹਨਾਂ ਦੇ ਬੱਚੇ ਉੱਥੇ ਨੇ। ਠੀਕ ਹੈ, ਉਹ ਇੱਕ ਜਦੋਂ ਉਹ ਵਾਪਸ ਆਉਂਦੇ ਨੇ ਪਿੰਡ 'ਚੋਂ, ਲੱਗਦਾ ਸਾਰਿਆਂ ਨੂੰ ਕਿ ਪਤਾ ਨਹੀਂ ਕਿੰਨੇ ਕੁ ਵਧੀਆ ਨੇ, ਉਹਨਾਂ ਨੇ ਜਿਹੜੀ 40 ਸਾਲ ਮਿਹਨਤ ਕੀਤੀ ਉਹ ਤੇ ਕੋਈ ਦੇਖ ਹੀ ਨਹੀਂ ਰਿਹਾ। ਠੀਕ ਹੈ, ਸੋ ਇਹ ਹੈ ਕਿ ਪੰਜਾਬੀਆਂ ਨੂੰ ਜਿਹੜੀ ਆ ਉਹ ਇੱਕ ਭੇਡ ਚਾਲ ਬਣ ਗਈ ਕਿ ਬਾਹਰ ਜਾਣਾ ਹੀ ਜਿਹੜਾ ਉਹ ਠੀਕ ਹੈ, ਇੱਥੇ ਕੁਝ ਨਹੀਂ ਹੈਗੇ। ਹਾਂ, ਹੁਣ ਮੇਰੇ ਪੇਰੈਂਟਸ ਨੇ ਇਹ ਥੋੜੀ ਕਿ ਮੈਨੂੰ ਬਾਹਰ ਨਹੀਂ ਭੇਜਦੇ ਸੀ। ਅੱਜ ਵੀ ਮੈਂ ਕਿਤੇ ਜਾਣਾ ਹੋਵੇ ਤੇ ਮੈਨੂੰ ਕੋਈ ਰੋਕਦਾ? ਮੈਨੂੰ ਕੋਈ ਵੀ ਨਹੀਂ ਰੋਕਦਾ। ਇਹ ਤਾਂ ਤੁਹਾਡੀ ਪਰਸਨਲ ਚੋਇਸ ਹੈ ਨਾ, ਤੁਸੀਂ ਆਪਣੇ ਬੱਚੇ ਨੂੰ ਜਿੱਦਾਂ ਦੇ ਉਹਨੂੰ ਸਮਝਾਓਗੇ ਉਹਦੇ। ਹੁਣ ਜੇ ਪੇਰੈਂਟਸ ਹੀ ਕਹਿਣ ਲੱਗ ਪੈਣਗੇ ਕਿ ਤੁਸੀਂ ਬਾਹਰ ਜਾਓ, ਹੁਣ ਇੱਥੇ ਕੋਈ ਮੌਤ ਹੋ ਜਾਂਦੀ ਨਸ਼ੇ ਨਾਲ ਤੇ ਪੇਰੈਂਟਸ ਡਰ ਜਾਂਦੇ, ਉਹਨਾਂ ਨੂੰ ਲੱਗਦਾ ਕਿ ਫਟਾਫਟ ਜਿਹੜਾ ਬੱਚੇ ਨੂੰ ਨਾ ਬਾਹਰ ਭੇਜ ਦੀ, ਇੱਥੇ ਬਹੁਤ ਨਸ਼ਾ ਹੈ। ਉੱਥੇ ਘੱਟ ਹੈ ਨਸ਼ਾ। ਮੈਂ ਵੀ ਤੇ 15-16 ਵਾਰ ਅਮਰੀਕਾ ਹੋ ਕੇ ਆਈ ਹਾਂ, ਦੁਬਈ ਗਈ ਹਾਂ, ਕਈ ਕੰਟਰੀਜ਼ ਦੇਖੇ ਮੈਂ, ਉੱਥੇ ਘੱਟ ਹੈ ਨਸ਼ਾ। ਉੱਥੇ ਤੇ ਪੂਰੀ ਦੁਕਾਨ ਬਣੀ ਹੋਈ ਆ। ਠੀਕ ਹੈ, ਵੈਪਨ ਖਰੀਦਣਾ ਤੁਸੀਂ ਸਿੱਧਾ ਜਾ ਕੇ ਪੈਸੇ ਦੇ ਕੇ ਵੈਪਨ ਖਰੀਦ ਲਓ। ਸੋ ਪਹਿਲਾਂ ਤੁਸੀਂ ਉੱਥੇ ਜਾ ਕੇ ਦੇਖੋ ਤੇ ਸਹੀ ਕਿ ਉਹ ਕਲਚਰ ਦਾ ਕਿੰਨਾ ਫਰਕ ਆ, ਹੈ ਨਾ। ਕਿਸੇ ਨੂੰ ਵੇਖਣ ਲੱਗੇ, ਕਿਸੇ ਨੂੰ ਮਤਲਬ ਕਿ ਕਲਚਰਲੀ ਕਿਸੇ ਨੂੰ ਫੜ ਲੈਣਾ, ਛੱਡ ਦੇਣਾ, ਮਤਲਬ ਸਮੇਂ ਤੁਸੀਂ ਨੋਰਮਲ ਲਾਓਗੇ ਪੇਰੈਂਟਸ ਹੀ ਆ, ਹੈ ਨਾ, ਕਿ ਪੇਰੈਂਟਸ ਨੂੰ ਛੱਡਣਾ ਵੀ ਨੋਰਮਲ ਸਮਝਦੇ ਆ। ਠੀਕ ਹੈ, ਸੋ ਇਹੀ ਹੈ ਕਿ ਤੁਸੀਂ ਪਹਿਲਾਂ ਕਲਚਰ ਤੇ ਸਟੱਡੀ ਕਰੋ ਨਾ, ਕਿ ਅਸੀਂ ਆਪਣੇ ਬੱਚੇ ਨੂੰ ਕਿਹੜੇ ਕਲਚਰ ਵਿੱਚ ਭੇਜ ਰਹੇ ਹਾਂ, ਉਸ ਤੋਂ ਬਾਅਦ ਅਸੀਂ ਕਿਹਦੇ ਤੋਂ ਇੰਪ੍ਰੈਸ ਹੋ ਕੇ ਜਿਹੜਾ ਉਹਨੂੰ ਭੇਜ ਰਹੇ ਹਾਂ। ਮੇਰੇ ਇਹਦੇ ਵਿੱਚ ਇੱਕੋ ਹੀ ਮਤਲਬ ਮੇਰੀ ਲਾਈਨ ਹੈਗੀ ਜੇ ਕਿ ਜੋ ਤੁਹਾਡਾ ਦਿਲ ਕਰਦਾ ਨਾ ਉਹ ਕਰੋ। ਹੁਣ ਜਿਹੜੇ ਲੋਕ 30 ਸਾਲ ਤੋਂ ਅਮਰੀਕਾ ਨੇ, ਉਹ ਕਹਿੰਦੇ ਨਹੀਂ ਸਾਡਾ ਦਿਲ ਪੰਜਾਬ 'ਚ ਆ। ਜਿਹੜੇ ਪੰਜਾਬ 'ਚ ਆ ਉਹ ਕਹਿੰਦੇ ਨਹੀਂ ਮੈਂ ਤੇ ਕੈਨੇਡਾ ਜਾਣਾ ਸੀ। ਤੇ ਇਸ ਕਰਕੇ ਤੁਸੀਂ ਦੇਖਿਆ ਹੋਣੀ ਇਹੋ ਜਿਹੀਆਂ ਫੈਮਲੀਜ਼ ਕਿ ਹਸਬੈਂਡ ਸ਼ਰਾਬ 'ਚ ਧੋਤਾ ਕਿਉਂਕਿ ਉਹ ਬਾਹਰ ਜਾਣਾ ਚਾਹੁੰਦਾ ਸੀ ਤੇ ਉਹ ਨਹੀਂ ਜਾ ਸਕਿਆ। ਉਹ ਕਹਿੰਦੇ ਇਹਨੂੰ ਡਿਪਰੈਸ਼ਨ ਹੀ ਇਹੀ ਆ ਕਿ ਉਹ ਬਾਹਰ ਜਾਣਾ ਚਾਹੁੰਦਾ। ਠੀਕ ਹੈ, ਸੋ ਇਹੀ ਹੈ ਕਿ ਜਿਨ੍ਹਾਂ ਨੇ ਬਾਹਰ ਜਾਣ ਦਾ ਦਿਲ ਆ ਉਹ ਬਾਹਰ ਜਾਣ, ਜਿਨ੍ਹਾਂ ਦਾ ਉੱਥੇ ਲੱਗਦਾ ਕਿ ਮੈਂ ਪੰਜਾਬ 'ਚ ਹੋਣਾ ਚਾਹੀਦਾ ਉਹ ਪੰਜਾਬ 'ਚ ਹੁਣ। ਘੱਟੋ ਘੱਟ ਤੁਸੀਂ ਉਹ ਤੇ ਕਰੋ ਜੋ ਤੁਹਾਡਾ ਦਿਲ ਕਰਦਾ। ਪਰ ਇਹ ਚੀਜ਼ਾਂ ਸ਼ਾਇਦ ਕਿਤੇ ਨਾ ਕਿਤੇ ਕੁਝ ਆਲੇ ਦੁਆਲੇ ਦਾ ਦਬਾਅ ਹੋ ਜਾਂਦਾ ਹੈ, ਪਰਿਵਾਰ ਦਾ ਦਬਾਅ ਹੋ ਜਾਂਦਾ ਹੈ, ਖਾਸ ਤੌਰ ਤੇ ਸਮਾਜਿਕ ਦਬਾਅ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਲੋਕ ਕੀ ਕਹਿਣਗੇ। ਜਿਵੇਂ ਪਹਿਲਾਂ ਗੱਲ ਕਰਕੇ ਗਏ ਸੀ, ਬਾਹਰ ਗਏ ਸੋਚ ਰਹੇ ਨੇ ਵੀ ਲੋਕ ਸੁਖੀ ਹੋਣਗੇ, ਬਾਹਰ ਜਾ ਕੇ ਵੀ ਆਤਮ ਹੱਤਿਆ ਹੋ ਰਹੀਆਂ ਨੇ। ਰੀਸੈਂਟਲੀ ਕੇਸ ਆਇਆ, ਮਤਲਬ ਡੋਮੈਸਟਿਕ ਵਾਇਲੈਂਸ ਉੱਥੇ ਬਹੁਤ ਜ਼ਿਆਦਾ ਹੈ, ਜਿੱਥੇ ਕਾਨੂੰਨ ਸਭ ਤੋਂ ਵੱਧ ਸਖਤ ਨੇ। ਤਾਂ ਮੈਨੂੰ ਨਹੀਂ ਲੱਗਦਾ ਵੀ ਬਾਹਰ ਜ਼ਿਆਦਾ ਸੁਰੱਖਿਅਤ ਰਹਿ ਗਿਆ ਹੋਣਾ। ਹਾਂ, ਨਹੀਂ ਮੈਨੂੰ ਵੀ ਨਹੀਂ ਇਦਾਂ ਲੱਗਦਾ, ਕਿਉਂਕਿ ਉਹੀ ਗੱਲ ਆ ਨਾ ਕਿ ਡਿਫਰੈਂਟ ਤਰ੍ਹਾਂ ਦੀਆਂ ਇੱਕ ਲਾ ਲਓ ਕਿ ਅਲੱਗ-ਅਲੱਗ ਤਰ੍ਹਾਂ ਦੇ ਸੈੱਟ ਆਫ ਪੀਪਲ, ਹਰ ਇੱਕ ਸਟੋਰੀ ਵੱਖਰੀ ਹੈ। ਜਦੋਂ ਖਬਰ ਸੁਣੀ ਕਿ ਵੀਡੀਓ ਆਈ, ਵੀਡੀਓ ਸੁਣੀ ਗਈ, ਦੇਖੀ ਗਈ, ਤੁਸੀਂ ਦੇਖੀ ਉਹ ਵੀਡੀਓ ਜਿਹੜੀ? ਹਾਂਜੀ ਹਾਂ। ਕਿੰਨਾ ਕੁ ਮਤਲਬ ਦੁੱਖ ਹੋਇਆ? ਬਹੁਤ ਜ਼ਿਆਦਾ ਦੁੱਖ ਹੋਇਆ। ਅਮਰੀਕਾ ਵਰਗੇ ਕੰਟਰੀ 'ਚ ਇਸ ਤਰ੍ਹਾਂ ਹੋ ਜਾਣਾ, ਇਹ ਸਿਰਫ ਇੱਕ ਲੇਡੀ ਲਈ ਜਾਂ ਉਹਦੇ ਪਰਿਵਾਰ ਲਈ ਨਹੀਂ ਆ, ਪੂਰੀ ਕਮਿਊਨਿਟੀ ਲਈ ਬੜਾ ਸ਼ਰਮਿੰਦਗੀ ਵਾਲੀ ਜਿਹੜੀ ਉਹ ਗੱਲ ਹੈ ਨਾ। ਉਹਨਾਂ ਨੂੰ ਲੱਗੇਗਾ ਕਿ ਯਾਰ ਇਹ ਜਿਨ੍ਹਾਂ ਦੇ ਨਾਮ ਨਾਲ ਸਮਝੋ ਸਿੰਘ ਲੱਗ ਰਿਹਾ ਜਾਂ ਪੰਜਾਬੀ ਨੇ, ਹੈ ਨਾ, ਇਹ ਕੀ ਕਰ ਰਹੇ ਨੇ ਆਪਣੀਆਂ। ਇੱਥੇ ਤੇ ਅਸੀਂ ਛੁਪਾ ਲੈਂਦੇ ਹਾਂ, ਅੰਗਰੇਜ਼ਾਂ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਅਸੀਂ ਕੀ ਕਰ ਰਹੇ ਉਹਨਾਂ ਦੇ ਨਾਲ। ਠੀਕ ਹੈ, ਉੱਥੇ ਅਸੀਂ ਪੂਰਾ ਪਬਲਿਸ਼ ਕਰ ਰਹੇ ਕਿ ਹਾਂਜੀ ਵੀ ਅਸੀਂ ਇਹ ਕਰ ਰਹੇ। ਸੋ ਹੁਣ ਕੋਈ ਕਹਿੰਦਾ ਕਿ ਨਹੀਂ ਲੇਡੀ ਦਾ ਹੀ ਦਿਮਾਗ ਖਰਾਬ ਆ, ਉਹੀ ਜ਼ਿਆਦਾ ਡਿਪਰੈਸ ਸੀ ਤੇ ਉਹਨੇ ਏਦਾਂ ਕਰ ਲਿਆ। ਉਹਨੂੰ ਕੀਤਾ ਕਿੰਨੇ ਇੰਨਾ ਡਿਪਰੈਸ? ਉਹਦੀ ਸ਼ੁਰੂਆਤ ਕਿੱਥੋਂ ਹੋਈ? ਤੁਸੀਂ ਉਦੋਂ ਹੀ ਕਿਉਂ ਨਹੀਂ ਕੰਟਰੋਲ ਕੀਤਾ? ਅਸੀਂ ਨਹੀਂ ਸੁਣਦੇ ਵੂਮਨ ਦੀ, ਵਧੀਆ ਤੋਂ ਵਧੀਆ ਵੂਮਨ ਦੀ ਵੀ ਕੋਈ ਨਹੀਂ ਸੁਣਦਾ, ਉਹਨਾਂ ਦੀ ਕੌਣ ਸੁਣੇਗਾ? ਸੋ ਸਾਨੂੰ ਬਹੁਤ ਜ਼ਿਆਦਾ ਸੰਸਕਾਰਾਂ ਦੀ ਲੋੜ ਆ। ਜਦੋਂ ਤੱਕ ਸਾਡੀ ਸੋਚ ਇਹ ਨਹੀਂ ਹੋਏਗੀ ਕਿ ਸਾਡੇ ਪਹਿਲੀ ਔਲਾਦ ਕੁੜੀ ਹੋਵੇ, ਸਾਨੂੰ ਇਹ ਕੁੜੀ ਨੂੰ ਮੁੰਡੇ ਵਾਂਗ ਬਣਾਉਣਾ ਵਾ, ਕੁੜੀ ਨੂੰ ਕਾਰੋਬਾਰ ਸੈੱਟ ਕਰਕੇ ਦੇਣਾ ਵਾ। ਠੀਕ ਹੈ, ਜਦੋਂ ਤੱਕ ਸਾਡੀ ਉਹ ਸੋਚ ਨਹੀਂ ਹੋਏਗੀ, ਸਾਡੀਆਂ ਵੱਡੀਆਂ ਪੋਸਟਾਂ ਤੇ ਕੁੜੀਆਂ ਹੋਣ। ਠੀਕ ਹੈ, ਸੋ ਜਦੋਂ ਤੱਕ ਉਹ ਚੀਜ਼ ਨਹੀਂ ਹੋਈ, ਜਦੋਂ ਤੱਕ ਕੁੜੀਆਂ ਅੱਗੇ ਨਹੀਂ ਆਉਣਗੀਆਂ। ਅੱਜ ਵੀ ਮੈਂ ਸਰਕਾਰ ਨੂੰ ਵੀ ਇਹੀ ਕਹਿੰਦੀ, ਆਪਣੇ ਉੱਪਰ ਵਾਲੇ ਅਹੁਦਿਆਂ ਤੇ ਤੁਸੀਂ 60 ਤੋਂ 70% ਲੇਡੀਜ਼ ਕਰ ਦਿਓ, ਤੁਸੀਂ ਦੇਖਿਓ ਕਿੱਦਾਂ ਬਦਲਾਵ ਆਉਂਦਾ। ਕਿਉਂਕਿ ਲੇਡੀ ਇਮੋਸ਼ਨਲ ਆ, ਜਲਦੀ ਬੇਈਮਾਨ ਨਹੀਂ ਹੋ ਸਕਦੀ। ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਠੀਕ ਹੈ, ਪਰ ਥੋੜਾ ਜਿਹੜਾ ਵਾ ਉਹ ਚੇਂਜ ਜਿਹੜਾ ਹੈਗਾ, ਕਿਸੇ ਦੀ ਗੱਲ ਸੁਣ ਲੇਗੀ, ਜ਼ਿਆਦਾ ਐਕਸਟੈਂਡ ਕਰ ਲੇਗੀ। ਮੈਨੇਜਿੰਗ ਕੈਪੈਸਿਟੀ ਨੂੰ ਰੱਬ ਨੇ ਜ਼ਿਆਦਾ ਦਿੱਤੀ ਹੈ। ਠੀਕ ਹੈ, ਸੋ ਇਹ ਹੈ ਕਿ ਘੱਟੋ ਘੱਟ ਵੱਧ ਨਹੀਂ ਕਰਨਾ ਤੇ ਬਰਾਬਰ ਤੇ ਕਰੋ ਹੀ ਨਾ, ਹਰ ਚੀਜ਼ ਜਿਹੜੀ ਬਰਾਬਰ ਕਰਨੀ ਜ਼ਰੂਰੀ ਹੈ।
ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਬਹੁਤ ਯੂ। ਵਧੀਆ ਲੱਗਿਆ ਤੁਹਾਡਾ ਤਜਰਬਾ, ਤੁਹਾਡੇ ਵਿਚਾਰ ਸਾਡੇ ਦਰਸ਼ਕਾਂ ਤੱਕ ਪਹੁੰਚੇ ਤੇ ਮੇਰੀ ਅਪੀਲ ਤਾਂ ਇਹੀ ਹੈ ਕਿ ਮਨਦੀਪ ਦੀਆਂ ਗੱਲਾਂ ਨੂੰ ਹੋਰਾਂ ਤੱਕ ਪਹੁੰਚਾਇਆ ਜਾਵੇ, ਕਿਉਂਕਿ ਜੋ ਸੋਚ ਇਹ ਰੱਖਦੇ ਨੇ ਪੰਜਾਬ ਲਈ, ਆਪਣੇ ਪਿੰਡ ਲਈ, ਆਪਣੇ ਲੋਕਾਂ ਦੇ ਲਈ, ਇਹੋ ਜਿਹੀ ਸੋਚ ਸਭ ਦੀ ਹੋਣੀ ਚਾਹੀਦੀ ਤਾਂ ਜੋ ਪੰਜਾਬ ਤਰੱਕੀ ਕਰੇ। ਤੁਹਾਡਾ ਕੋਈ ਸੁਨੇਹਾ ਹੋਵੇ, ਤੁਹਾਡੇ ਚਾਹਣ ਵਾਲਿਆਂ ਦੇ ਨਾਲ ਤਾਂ ਹੈ ਹੀ ਹੈ, ਪਰ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਲਈ ਖਾਸ ਤੌਰ ਤੇ। ਸੋ ਮੈਂ ਇਹ ਕਹਿਣਾ ਚਾਹੁੰਦੀ ਕਿ ਹਰ ਘਰ ਕਾਰੋਬਾਰ ਅਸੀਂ ਸੋਚੀਏ, ਠੀਕ ਆ। ਮਤਲਬ ਕਿ ਸਾਡੇ ਜਿਹੜੇ ਪਿੰਡਾਂ 'ਚ ਨਾ ਇੱਕ ਦੂਜੇ ਦੇ ਘਰ ਵੀ ਆਪਣੇ ਘਰ ਹੁੰਦੇ ਨੇ, ਠੀਕ ਹੈ। ਲੋਕੀ ਇੱਕ ਦੂਜੇ ਦੇ ਘਰ ਰੋਟੀ ਵੀ ਖਾ ਲੈਂਦੇ ਨੇ, ਉਹੀ ਬੜਾ ਡਿਫਰੈਂਟ ਚੱਲਦਾ। ਸੋ ਅਸੀਂ ਕਿਉਂ ਨਾ ਸੋਚੀਏ ਕਿ ਸਾਡੀ ਫੈਮਿਲੀ 'ਚ ਘੱਟੋ ਘੱਟ ਇੱਕ ਬੰਦਾ ਜਿਹੜਾ ਵਾ ਉਹ ਬਿਜ਼ਨਸ ਕਰ ਰਿਹਾ ਹੋਵੇ, ਭਾਵੇਂ ਉਹ ਛੋਟਾ ਬਿਜ਼ਨਸ ਕਰੇ, ਭਾਵੇਂ ਸਾਡੀ ਡਾਟਰ ਜਿਹੜੀ ਉਹ ਕੇਕ ਬਣਾ ਰਹੀ ਹੋਵੇ, ਭਾਵੇਂ ਸਾਡਾ ਜਿਹੜਾ ਮੁੰਡਾ ਵਾ ਉਹ ਪੇਂਟਿੰਗ ਕਰਕੇ ਸੈਲ ਕਰ ਰਿਹਾ, ਭਾਵੇਂ ਸਾਡਾ ਕੋਈ ਛੋਟਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਉਹ ਆਨਲਾਈਨ ਕਾਰੋਬਾਰ ਆ ਸਾਡਾ, ਅਸੀਂ ਕੋਈ ਗ੍ਰਾਫਿਕ ਡਿਜ਼ਾਈਨਿੰਗ ਦਾ ਕੰਮ ਕਰ ਰਹੇ ਹਾਂ ਜਾਂ ਅਸੀਂ ਕੋਈ ਸਬਜ਼ੀ ਸੈਲ ਕਰ ਰਹੇ ਹਾਂ। ਸੋ ਹਰ ਘਰ ਕਾਰੋਬਾਰ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿ ਸਾਡੇ ਘਰ 'ਚ 4 ਜੀ ਨੇ ਜਾਂ ਸਾਡੇ ਘਰ 'ਚ 8 ਜੀ ਨੇ, ਅਸੀਂ ਘੱਟੋ ਘੱਟ ਇੱਕ ਬੰਦਾ ਸਾਡੇ ਘਰ ਇਹੋ ਜਿਹਾ ਹੋਵੇ ਕਿ ਜਿਹਦਾ ਕੋਈ ਨਾ ਕੋਈ ਬਿਜ਼ਨਸ ਹੋਵੇ, ਜਿਹੜਾ ਕਿ 7 ਬੰਦੇ ਨੌਕਰੀ ਕਰ ਰਹੇ ਨੇ ਤੇ 8ਵਾਂ ਨੌਕਰੀ ਦੇਣ ਵਾਲਾ ਜਿਹੜਾ ਸਾਡੇ ਪੰਜਾਬ 'ਚ ਬਣੇ। ਤੇ ਮੇਰੀ ਵੀ ਹਰ ਇੱਕ ਨੂੰ ਬਹੁਤ ਜ਼ਿਆਦਾ ਸਪੋਰਟ ਰਹੇਗੀ ਜਿਹੜਾ ਇਹ ਸੋਚ ਰੱਖੇਗਾ ਕਿ ਹਾਂ ਮੈਂ ਛੋਟੇ ਤੋਂ ਵੀ ਸ਼ੁਰੂ ਕਰ ਸਕਦਾ ਵਾਂ। ਸੋ ਪੈਸਾ ਦਿਮਾਗ 'ਚ ਸਭ ਤੋਂ ਪਹਿਲਾਂ ਨਾ ਲੈ ਕੇ ਆਓ, ਪਹਿਲਾਂ ਜੋਸ਼, ਆਪਣੇ ਦਿਮਾਗ ਨੂੰ ਯੂਜ਼ ਹੀ ਇੰਨਾ ਜ਼ਿਆਦਾ ਕਰੋ, ਸੋਚੋ ਇੰਨਾ ਅੱਛਾ ਆਪਣੇ ਪਰਿਵਾਰ ਨਾਲ ਬੈਠ ਕੇ ਕਿ ਤੁਹਾਨੂੰ ਰਾਹ ਲੱਭ ਜੇ ਕਿ ਮੈਂ ਥੋੜੇ ਤੋਂ ਵੀ ਕਿਵੇਂ ਸ਼ੁਰੂ ਕਰ ਸਕਦਾ। ਨਾਲ ਹੀ ਮੈਂ ਸਰਕਾਰ ਨੂੰ ਵੀ ਅਪੀਲ ਕਰਦੀ ਹਾਂ ਕਿ ਜਿਹੜੇ ਖੁਦ ਦੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਲਈ ਜਿਹੜੀਆਂ ਪਾਲਿਸੀਜ਼ ਲੈ ਕੇ ਆਵੇ। ਤੇ ਹੁਣ ਪਾਲਿਸੀਜ਼ ਜਿਹੜੀਆਂ ਵਾ ਸਾਨੂੰ ਪੰਚਾਇਤੀ ਰਾਜ ਲਈ ਪਾਲਿਸੀਜ਼ ਚਾਹੀਦੀਆਂ, ਸਾਨੂੰ ਸ਼ਹਿਰਾਂ ਲਈ ਪਾਲਿਸੀਜ਼ ਨਹੀਂ ਚਾਹੀਦੀਆਂ, ਕਿਉਂਕਿ ਉਹ ਸਾਡੇ ਕੰਮ ਨਹੀਂ ਆਉਣੀਆਂ। ਬਿਲਕੁਲ। ਤੇ ਹਰ ਘਰ ਰੋਜ਼ਗਾਰ ਜਾਂ ਕਾਰੋਬਾਰ ਦੀ ਗੱਲ ਹੁੰਦੀ ਹੈ। ਰੋਜ਼ਗਾਰ ਤਾਂ ਵੈਸੇ ਸਰਕਾਰਾਂ ਜੋ ਸਕੀਮਾਂ ਚਲਾਉਂਦੀਆਂ ਨੇ, ਪਰ ਆਪਾਂ ਨਿੱਜੀ ਤੌਰ ਤੇ ਹਰ ਘਰ ਕਾਰੋਬਾਰ ਚਲਾਈਏ, ਕਿਉਂਕਿ ਰੋਜ਼ਗਾਰ ਸਿਰਫ ਨੌਕਰੀ ਨਹੀਂ, ਕਾਰੋਬਾਰ ਹੈ। ਤੇ ਕਾਰੋਬਾਰ ਹੈ ਉਹ ਤੁਸੀਂ ਕਿਸੇ ਹੋਰ ਨੂੰ ਰੋਜ਼ਗਾਰ ਦੇ ਸਕਦੇ ਹੋ। ਦੋਸਤੋ, ਅਜਿਹੀਆਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ। ਤੁਸੀਂ ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ।